ਸਨਮਾਨਯੋਗ ਗੁਰੂ ਸਵਾਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਮਿਸ਼ਨ ਕਾਲਜ ਵੱਲੋਂ ਆਨਲਾਈਨ ਗੁਰਮਤਿ ਕਲਾਸ ਐਸਐਮਸੀ ਗੁਰਮਤਿ ਕਲਾਸ ਯੂਐਸਏ ਵਿੱਚ ਆਪ ਸਾਰਿਆਂ ਨੂੰ ਜੀ ਆਇਆਂ, ਸਾਰਿਆਂ ਦਾ ਸਵਾਗਤ ਹੈ। ਅੱਜ ਅਸੀਂ ਉਸ ਮਹਾਨ ਸ਼ਖਸੀਅਤ ਦੇ ਜੀਵਨ ਬਾਰੇ ਗੱਲਾਂ ਵਿਚਾਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ, ਜਿਹੜੇ ਗੁਰਮਤਿ ਦੇ ਵਿਆਖਿਆਕਾਰ, ਕਥਨੀ ਤੇ ਕਰਨੀ ਦੇ ਪੂਰੇ ਆਪ ਜੀ ਹੰਸ ਬਿਰਤੀ ਰੱਖਣ ਵਾਲੇ, ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਵੱਖ ਕਰਨ ਵਾਲੇ ਮੇਰੇ ਮੁਰਾਦ ਭਾਈ ਗੁਰਦਾਸ ਜੀ ਬਾਰੇ ਹੈ, ਜਿਨ੍ਹਾਂ ਦੇ ਜੀਵਨ ਨੂੰ ਅੱਜ ਅਸੀਂ ਆਪ ਜੀ ਨਾਲ ਸਾਂਝਾ ਕਰਨ ਲੱਗੇ ਹਾਂ। ਕਈ ਬੋਲੀਆਂ ਦੇ ਮਾਹਰ, ਬੇਸ਼ੱਕ ਸਿੱਖ ਇਤਿਹਾਸ ਦੀ ਉਮਰ ਬੜੀ ਛੋਟੀ ਹੈ, ਲੇਕਿਨ ਭਾਈ ਸਾਹਿਬ ਜੀ ਨੇ ਆਪਣੀਆਂ ਵਾਰਾਂ, ਆਪਣੇ ਕਵਿਤਾ ਰਾਹੀਂ ਜੋ ਭਰਪੂਰ ਜਾਣਕਾਰੀ ਦਿੱਤੀ ਹੈ, ਉਹ ਕਮਾਲ ਦੀ ਹੈ। ਆਪ ਜੀ ਦੀ ਕਲਪਨਾ ਸ਼ਕਤੀ ਕਮਾਲ ਦੀ, ਸ਼ਬਦਾਂ ਦਾ ਭੰਡਾਰ ਦੇਖਾਂਗੇ ਤਾਂ ਅਮੁੱਕ ਸ਼ਬਦਾਂ ਦਾ ਭੰਡਾਰ ਸੀ। ਉਹ ਇੱਕੋ ਗੱਲ ਨੂੰ ਕਈ ਢੰਗਾਂ ਦੇ ਨਾਲ ਉਹਨਾਂ ਨੇ ਇਸਤੇਮਾਲ ਕੀਤਾ ਹੈ ਜਾਂ ਕਿਹਾ ਹੈ। ਦੂਜੇ ਲਫ਼ਜ਼ਾਂ 'ਚ ਇਹ ਕਹਿ ਸਕਦੇ ਹਾਂ ਵੀ ਇੱਕ ਚੀਜ਼ ਨੂੰ ਚੌਤਰਫੀ ਨਿਰੀਖਣ ਕਰਕੇ ਜਾਂ ਪ੍ਰੀਖਿਆ ਕਰਕੇ ਉਹਨਾਂ ਨੇ ਆਪਣੇ ਵਿਚਾਰ ਪ੍ਰਗਟ ਕੀਤੇ ਹਨ। ਐਸੇ ਪਾਰਦਰਸ਼ੀ, ਸੂਝਵਾਨ ਗੁਰਸਿੱਖ ਗੁਰੂ ਪਿਆਰੇ, ਜਿਨ੍ਹਾਂ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬੀੜ ਹੱਥੀਂ ਲਿਖਣ ਦਾ ਸੁਭਾਗ ਵੀ ਪ੍ਰਾਪਤ ਹੋਇਆ, ਉਹਨਾਂ ਦੀ ਜੀਵਨੀ ਅੱਜ ਅਸੀਂ ਆਪ ਜੀ ਨਾਲ ਸਾਂਝੀ ਕਰ ਰਹੇ ਹਾਂ। ਵੀਰ ਤੇਜਿੰਦਰ ਸਿੰਘ ਜੀ, ਆਪ ਜੀ ਨੂੰ ਬੇਨਤੀ ਹੈ, ਕਿਰਪਾ ਕਰੋ ਜੀ। ਉਹ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਜੀਵਨੀ ਬਾਰੇ ਸਾਡੇ ਨਾਲ ਰੋਸ਼ਨੀ ਕਰੋ ਜੀ, ਤੋਂ ਚਾਰਣਾ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਮਿਸ਼ਨਰੀ ਕਾਲਜ ਦੀ ਗੁਰਮਤਿ ਕਲਾਸ ਯੂਐਸਏ ਦੇ ਵਿੱਚ ਦੇਸ਼ ਵਿਦੇਸ਼ਾਂ ਵਿੱਚੋਂ ਜੁੜੇ ਹੋਏ ਵੀਰ ਔਰ ਭੈਣਾਂ ਨੂੰ ਜੀ ਆਇਆਂ ਕਹਿੰਦਾ ਹੋਇਆ ਅੱਜ ਦਾ ਵਿਸ਼ਾ ਆਰੰਭ ਕਰਨ ਦੀ ਆਪਾਸੋਂ ਦੋ ਹੱਥ ਜੋੜ ਕੇ ਅਸੀਸ ਮੰਗਦਾ ਹਾਂ। ਆਸ ਹੈ ਆਪ ਬੜੇ ਪਿਆਰ ਨਾਲ ਔਰ ਸਤਿਕਾਰ ਨਾਲ ਜਿਸ ਸ਼ਖਸੀਅਤ ਬਾਰੇ ਅੱਜ ਵਿਚਾਰ ਕਰਨੀ ਹੈ, ਆਪ ਪੂਰੀ ਤਵੱਜੋ ਨਾਲ ਉਹਨਾਂ ਦੇ ਜੀਵਨ ਨੂੰ ਸਰਵਣ ਕਰੋਗੇ। ਜਿਵੇਂ ਵੀਰ ਜੀ ਹਰਜੀਤ ਸਿੰਘ ਜੀ ਨੇ ਅਨਾਉਂਸ ਕੀਤਾ ਹੈ ਕਿ ਅੱਜ ਭਾਈ ਗੁਰਦਾਸ ਜੀ ਜਿਹੜੇ ਸਿੱਖ ਪੰਥ ਦੇ ਮਹਾਨ ਵਿਦਵਾਨ ਹੋਏ ਹਨ, ਔਰ ਗੁਰੂ ਵਿਅਕਤੀਆਂ ਤੋਂ ਬਾਅਦ ਸਭ ਤੋਂ ਜ਼ਿਆਦਾ ਸਤਿਕਾਰ ਭਾਈ ਗੁਰਦਾਸ ਜੀ ਦਾ ਹੈ, ਜਿਹੜੇ ਕਿ ਆਪਣੇ ਸਮੇਂ ਦੇ ਅੰਦਰ ਉਹਨਾਂ ਨੂੰ ਇਹ ਮਾਣ ਪ੍ਰਾਪਤ ਹੋਇਆ ਕਿ ਉਹ ਆਦਿ ਬੀੜ ਦੀ ਜੋ ਲਿਖਾਈ ਹੈ ਉਸ ਦੀ ਸੇਵਾ ਕਰ ਸਕੇ। ਤੋਂ ਜ਼ਿਆਦਾ ਮੈਂ ਆਪਣੇ ਵੱਲੋਂ ਨਾ ਕੁਝ ਕਹਿੰਦਾ ਹੋਇਆ ਭਾਈ ਸਾਹਿਬ ਦੇ ਜੀਵਨ ਦੇ ਬਾਰੇ ਆਓ ਅਸੀਂ ਵਿਚਾਰ ਆਰੰਭ ਕਰੀਏ। ਭਾਈ ਸਾਹਿਬ ਭਾਈ ਗੁਰਦਾਸ ਜੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਭਤੀਜੇ ਸਨ ਤੇ ਆਪ ਜੀ ਦਾ ਜਨਮ 1559 ਈਸਵੀ ਵਿੱਚ ਪਿੰਡ ਬਾਸਰ ਕੇ ਗਿੱਲਾਂ, ਜ਼ਿਲ੍ਹਾ ਅੰਮ੍ਰਿਤਸਰ ਵਿੱਚ ਹੋਇਆ। ਆਦਿ ਗ੍ਰੰਥ ਦੇ ਸੰਪਾਦਨ ਵਿੱਚ ਆਪ ਜੀ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਵੱਲੋਂ ਸੌਂਪੀ ਗਈ ਸਾਰੀ ਜ਼ਿੰਮੇਵਾਰੀ ਨੂੰ ਬੜੀ ਕੁਸ਼ਲਤਾ ਤੇ ਪ੍ਰਵੀਨਤਾ ਦੇ ਨਾਲ ਨਿਭਾਇਆ। ਡਾਕਟਰ ਮੋਹਨ ਸਿੰਘ ਭਾਈ ਗੁਰਦਾਸ ਜੀ ਦੀ ਤੁਲਨਾ ਸੇਂਟ ਪਾਲ ਦੇ ਨਾਲ ਕਰਦੇ ਹਨ। ਇਸ ਵਿੱਚ ਕੋਈ ਸੰਦੇਹ ਨਹੀਂ ਕਿ ਗੁਰਮਤਿ ਸਾਹਿਤ ਵਿੱਚ ਆਪ ਜੀ ਦਾ ਸਥਾਨ ਗੁਰੂਆਂ ਵਿਅਕਤੀਆਂ ਨੂੰ ਛੱਡ ਕੇ
ਬਾਗੀ ਸਭ ਤੋਂ ਸ਼੍ਰੋਮਣੀ ਹੈ। ਭਾਈ ਗੁਰਦਾਸ ਜੀ ਨੇ ਪੰਜਾਬੀ ਤੇ ਬ੍ਰਜ ਭਾਸ਼ਾ ਦੋਹਾਂ ਵਿੱਚ ਲਿਖਿਆ ਹੈ। ਇਹ ਪਹਿਲਾ ਪੰਜਾਬੀ ਕਵੀ ਹਨ ਜਿਨ੍ਹਾਂ ਨੇ ਬ੍ਰਿਜ ਭਾਸ਼ਾ ਵਿੱਚ ਸਵਈਏ ਤੇ ਕਵਿਤ ਰਚੇ। ਪੰਜਾਬੀ ਵਿੱਚ ਭਾਈ ਗੁਰਦਾਸ ਜੀ ਨੇ 40 ਵਾਰਾਂ ਲਿਖੀਆਂ ਹਨ। ਇਹ ਵਾਰਾਂ ਆਪਣੇ ਵਿਸ਼ੇ ਵਸਤੂ, ਰੂਪ, ਨਿਭਾਅ, ਸ਼ੈਲੀ, ਭਾਸ਼ਾ, ਕਾਵ ਗੁਣਾ ਤੇ ਕਾਵ ਕੁਸ਼ਲਤਾ ਦੇ ਕਾਰਨ ਬੜੀਆਂ ਉੱਘੀਆਂ ਜਿਹੜੀਆਂ ਪ੍ਰਮਾਣਿਕ ਮੰਨੀਆਂ ਜਾਂਦੀਆਂ। ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਰਚਨਾ ਦਾ ਵਿਸ਼ਾ ਗੁਰਬਾਣੀ ਦੇ ਅਧਿਆਤਮਕ ਆਸ਼ਿਆਂ ਦੀ ਵਿਆਖਿਆ, ਗੁਰੂ ਵਿਅਕਤੀਆਂ ਤੇ ਉਹਨਾਂ ਦੇ ਜੀਵਨ ਸਮਾਚਾਰਾਂ ਤੇ ਆਦਰਸ਼ ਸਿੱਖੀ ਮਾਰਗ ਦੀ ਰੂਪਰੇਖਾ ਨਾਲ ਸੰਬੰਧਿਤ ਹੈ। ਇਹ ਪੂਰਨ ਤੌਰ ਤੇ ਸਿੱਖ ਰਹਿਣੀ ਬਹਿਣੀ, ਰੀਤੀ ਮਰਿਆਦਾ, ਚੱਜ ਆਚਾਰ ਤੇ ਇਸ ਨਾਲ ਸੰਬੰਧਿਤ ਰਹੁ ਰੀਤੀ ਅਰਥਾਤ ਗੁਰੂ ਸੰਗਤ, ਕੀਰਤਨ, ਗੁਰੂ ਉਸਤਤ ਆਦਿ ਵਿਸ਼ਿਆਂ ਨੂੰ ਬੜੇ ਹੀ ਸੁਚੱਜੇ ਢੰਗ ਨਾਲ ਆਪ ਜੀ ਨੇ ਵਰਣਨ ਕੀਤਾ ਹੈ। ਇਹਨਾਂ ਮਸਲਿਆਂ ਤੇ ਭਾਈ ਗੁਰਦਾਸ ਜੀ ਨੂੰ ਪ੍ਰਾਮਾਣਿਕ ਪ੍ਰਮੁੱਖ ਤੌਰ ਤੇ ਪ੍ਰਥਮ ਵਿਆਖਿਆਕਾਰ ਮੰਨਿਆ ਜਾਂਦਾ ਹੈ। ਆਪ ਜੀ ਦੀ ਵਾਰਾਂ ਗਿਆਨ ਦਾ ਭਰਪੂਰ ਭੰਡਾਰ ਹਨ। ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਬਨਾਰਸ, ਆਗਰਾ ਤੇ ਪ੍ਰਯਾਗ ਆਦਿ ਹਿੰਦੂਆਂ ਦੇ ਧਰਮ ਸਥਾਨਾਂ ਉੱਤੇ ਭਗਤਾਂ ਦੀ ਬਾਣੀ ਇਕੱਠੀ ਕਰਨ ਅਤੇ ਸਿੱਖੀ ਦਾ ਪ੍ਰਚਾਰ ਕਰਨ ਲਈ ਵੀ ਭੇਜਿਆ ਗਿਆ। ਮੈਂ ਇਹ ਗੱਲ ਇੱਥੇ ਇਸ ਲਈ ਕਹਿ ਰਿਹਾ ਕਿ ਕੁਝ ਕੁ ਇਤਿਹਾਸਕਾਰਾਂ ਨੇ ਲਿਖਿਆ ਹੈ ਕਿ ਕੁਝ ਕੁ ਭਗਤਾਂ ਕੋਲ ਭਾਈ ਗੁਰਦਾਸ ਜੀ ਵੀ ਗਏ ਹਨ, ਲੇਕਿਨ ਜੋ ਸਿੱਖ ਮਿਸ਼ਨਰੀ ਕਾਲਜ ਦਾ ਸਟੈਂਡ ਹੈ ਉਹ ਇਹੀ ਹੈ ਕਿ ਗੁਰੂਆਂ ਪ੍ਰਤੀ ਜੋ ਇੱਕ ਗੁਰੂ ਤੋਂ ਦੂਜੇ ਗੁਰੂ ਵਿਅਕਤੀ ਤੱਕ ਜੋ ਬਾਣੀ ਆਈ, ਚੌਥੇ ਪਾਤਸ਼ਾਹ, ਪੰਜਵੇਂ ਪਾਤਸ਼ਾਹ, ਪਹਿਲੇ ਪਾਤਸ਼ਾਹ, ਦੂਜੇ, ਤੀਜੇ, ਚੌਥੇ ਔਰ ਪੰਜਵੇਂ ਤੱਕ, ਉਸ ਬਾਣੀ ਨੂੰ ਹੀ ਸੰਪਾਦਨ ਕੀਤਾ ਗਿਆ। ਇਸ ਤੋਂ ਇਲਾਵਾ ਕੁਝ ਭਗਤ ਜਿਵੇਂ ਪੀਲੂ, ਕਾਨਾ ਤੇ ਛੱਜੂ ਵਗੈਰਾ, ਉਹ ਗੁਰੂ ਅਰਜਨ ਦੇਵ ਜੀ ਦੇ ਪਾਸ ਵੀ ਆਪਣੀਆਂ ਰਚਨਾਵਾਂ ਲੈ ਕੇ ਆਏ। ਤੋ ਉਹ ਅਲੱਗ ਵਿਸ਼ਾ ਹੈ, ਮੈਂ ਉਸ ਬਾਰੇ ਵਿਚਾਰ ਨਹੀਂ ਕਰਾਂਗਾ। ਤੋ ਪਰ ਭਾਈ ਗੁਰਦਾਸ ਜੀ ਨੂੰ ਗੁਰਮਤਿ ਪ੍ਰਚਾਰ ਵਾਸਤੇ ਇਹਨਾਂ ਸਥਾਨਾਂ ਦੇ ਉੱਪਰ ਜਿਹੜੇ ਹਿੰਦੂ ਧਰਮ ਸਥਾਨ ਸਨ ਉਹਨਾਂ ਉੱਪਰ ਜ਼ਰੂਰ ਭੇਜਿਆ ਗਿਆ। ਧਰਮ ਦੇ ਮਸਲਿਆਂ ਉੱਤੇ ਚਰਚਾ ਕਰਦੇ ਰਹਿਣ ਕਰਕੇ ਆਪ ਜੀ ਨੂੰ ਭਾਰਤੀ ਮਿਥਿਹਾਸ ਨਾਲ ਚੋਖੀ ਵਾਕਫੀਅਤ ਸੀ। ਆਪ ਜੀ ਨੇ ਆਪਣੀਆਂ ਵਾਰਾਂ ਵਿੱਚ ਲੋਕ ਕਥਾਵਾਂ ਦੀਆਂ ਜਾਂ ਮਿਥਿਹਾਸਕ ਘਟਨਾਵਾਂ ਦੀਆਂ ਜਿੰਨੀਆਂ ਮਿਸਾਲਾਂ ਦਿੱਤੀਆਂ ਹਨ, ਉਨੀਆਂ ਸ਼ਾਇਦ ਪੰਜਾਬੀ ਦੇ ਕਿਸੇ ਲੇਖਕ ਨੇ ਅੱਜ ਤੱਕ ਨਹੀਂ ਦਿੱਤੀਆਂ। ਕਿਸੇ ਹੋਰ ਕਵੀ ਨੇ ਇੰਨੇ ਵਿਸਥਾਰ ਨਾਲ ਆਪਣੇ ਵਿਸ਼ੇ ਦੀ ਵਿਆਖਿਆ ਨਹੀਂ ਕੀਤੀ। ਭਾਈ ਗੁਰਦਾਸ ਜੀ ਨੇ ਪਹਿਲੀ ਵਾਰ ਦੇ ਵਿੱਚ ਗੁਰੂ ਨਾਨਕ ਦੇਵ ਤੇ ਹੋਰ ਗੁਰੂ ਸਾਹਿਬਾਨ ਦੀ ਜਨਮ ਸਾਖੀ ਵਾਰ ਨੰਬਰ 3 ਵਿੱਚ, ਗੁਰਸਿੱਖ ਦੀ ਮਹਿਮਾ ਵਾਰ ਨੰਬਰ 4 ਵਿੱਚ, ਗੁਰਮੁਖ ਦੇ ਵਿਸ਼ੇਸ਼ ਲੱਛਣ ਨਿਮਰਤਾ ਵਾਰ ਨੰਬਰ 10 ਵਿੱਚ, ਧਰੁਵ ਪ੍ਰਹਿਲਾਦ ਆਦਿ ਭਗਤਾਂ ਦੀਆਂ ਕਥਾਵਾਂ ਵਾਰ ਨੰਬਰ 11 ਵਿੱਚ, ਪ੍ਰਸਿੱਧ ਗੁਰਸਿੱਖਾਂ ਦੀਆਂ ਸਾਖੀਆਂ ਵਾਰ ਨੰਬਰ 15 ਵਿੱਚ ਸਤਿਗੁਰ ਦੀ ਮਹਿਮਾ ਹੈ। ਇਹਨਾਂ ਵਾਰਾਂ ਵਿੱਚ ਗੁਰੂ ਸਾਹਿਬਾਨ ਦੇ ਜੀਵਨ ਸਮਾਚਾਰ, ਭਗਤਾਂ ਤੇ ਗੁਰੂ ਸਿੱਖਾਂ ਦੀਆਂ ਸਾਖੀਆਂ, ਗੁਰਮੁਖਾਂ ਤੇ ਮਨਮੁਖਾਂ ਦੇ ਲੱਛਣ ਤੇ ਚੱਜ ਆਚਾਰ, ਆਦਰਸ਼ਕ ਜੀਵਨ ਜੁਗਤੀ ਆਦਿ ਅਨੇਕਾਰਤੀ ਪਰਮਾਰਥ ਗਿਆਨ ਦੇ ਵਿਸ਼ੇ ਜਿਹੜੇ ਹਨ ਉਹ ਛੋਏ ਗਏ। ਭਾਈ ਗੁਰਦਾਸ ਜੀ ਨੇ ਆਪਣੀ ਪਹਿਲੀ ਵਾਰ ਵਿੱਚ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਆਗਮਨ ਬਾਰੇ ਇਉਂ ਲਿਖਿਆ ਹੈ, ਜਿਹੜਾ ਕਿ ਜਗਤ ਪ੍ਰਸਿੱਧ ਹੈ ਔਰ ਸਾਨੂੰ ਸਾਰਿਆਂ ਨੂੰ ਹੀ ਆਪਣੇ ਜਿਹੜੀ ਹੈ ਜ਼ੁਬਾਨੀ ਯਾਦ ਹੈ। ਉਹ ਇਸ ਪ੍ਰਕਾਰ ਹੈ, ਸਤਿਗੁਰੂ ਨਾਨਕ ਪ੍ਰਗਟਿਆ, ਮਿਟੀ ਧੁੰਦ ਜਗ ਚਾਨਣ ਹੋਆ, ਜਿਉ ਕਰ ਸੂਰਜ ਨਿਕਲਿਆ, ਤਾਰੇ ਛਪੇ ਅੰਧੇਰ ਪਲੋਆ, ਸਿੰਘ ਬੁਕੇ ਮਿਰਗਾਵਲੀ ਭੰਨੀ ਜਾਏ, ਨਾ ਧੀਰ ਧਰੋਆ, ਜਿੱਥੇ ਬਾਬਾ ਪੈਰ ਧਰੇ, ਪੂਜਾ ਆਸਨ ਥਾਪਨ ਸੋਆ, ਸਿਧ ਆਸਨ ਸਭ ਜਗਤ ਦੇ, ਨਾਨਕ ਆਦਮ ਤੇ ਜੇ ਕੋਆ, ਘਰ ਘਰ ਅੰਦਰ ਧਰਮਸ਼ਾਲ, ਹੋਵੇ ਕੀਰਤਨ ਸਦਾ ਵਸੋਆ, ਬਾਬੇ ਤਾਰੇ ਚਾਰ ਚੱਕ, ਨੌਕਣ ਪ੍ਰਿਥਵੀ ਸੱਚਾ ਢੋਆ, ਗੁਰਮੁਖ ਕਲ ਵਿੱਚ ਪ੍ਰਗਟ ਹੋਆ। ਇੱਥੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਭਾਈ ਗੁਰਦਾਸ ਜੀ ਗੁਰਮੁਖ ਕਹਿ ਕੇ ਜਿਹੜਾ ਹਨ ਉਹ ਵਰਣਨ ਕਰ ਰਹੇ ਹਨ।
ਗੁਰੂ ਘਰ ਦੇ ਨਿੰਦਕਾਂ ਪ੍ਰਤੀ ਵੀਰ ਰਸ ਵਿੱਚ ਖੂਬ ਆਪ ਜੀ ਨੇ ਕਾਵਕ ਚੋਟਾਂ ਲਾਈਆਂ। ਕੁੱਤਾ ਰਾਜ ਬਹਾਲੀਏ ਫਿਰ ਚੱਕੀ ਚੱਟਾ, ਸੱਪੇ ਦੁੱਧ ਪਿਰਾਈ ਹੈ ਫਿਰ ਮੁੱਖੋਂ ਵੀ ਸੁੱਟੇ, ਵਿਉ ਮੁੱਖੋਂ ਸੁੱਟੇ। ਪੱਥਰ ਪਾਣੀ ਰੱਖੀਏ ਮਨ ਹੱਠ ਨਾ ਕਟੈ, ਚੋਆ ਚੰਦਨ ਪਰ ਹਰੈ ਪਰ ਖੇ ਪਲਟੇ। ਤਿਉ ਨਿੰਦਕ ਪਰ ਨਿੰਦਿਓ ਹੱਠ ਮੂਲ ਨਾ ਹਟੇ। ਭਾਵ ਨਿੰਦਾ ਕਰਨ ਤੋਂ ਨਿੰਦਕ ਜਿਹੜਾ ਹੈ ਉਹ ਹਟਦਾ ਨਹੀਂ ਹੈ। ਭਾਈ ਗੁਰਦਾਸ ਜੀ ਕੋਲ ਰੂਪਕਾਂ ਅਤੇ ਉਪਮਾਵਾਂ ਦਾ ਇੱਕ ਵੱਡਾ ਭੰਡਾਰ ਹੈ। ਗਿੱਦੜ ਦਾਖ ਨਾ ਆਪੜੇ ਆਖੇ ਥੂ ਕੌੜੀ, ਨੱਚਨ ਨੱਚ ਨਾ ਜਾਣੀ ਆਖੇ ਭੌ ਸੌੜੀ। ਬੋਲੇ ਅੱਗੇ ਗਾਵੀਏ ਭੈਰੋ ਸੋ ਗੌੜੀ, ਬੋਲੇ ਅੱਗੇ ਗਾਵੀਏ ਭੈਰੋ ਸੋ ਗੌੜੀ। ਹੰਸਾ ਨਾਲ ਟਟੀਰੀ ਕਿਉਂ ਪਹੁੰਚੇ ਦੌੜੀ। ਸਾਵਨ ਵਨ ਹਰਿਆਵਲੇ ਅੱਖ ਜੰਮੇ ਔੜੀ, ਬੇਮੁਖ ਸੁਖ ਨਾ ਦੇਖਈ ਜੋ ਛੁੱਟੜ ਛੌੜੀ। ਭਾਈ ਗੁਰਦਾਸ ਜੀ ਦਾ ਪੰਜਾਬ ਸਾਹਿਤ ਦੇ ਇਤਿਹਾਸ ਵਿੱਚ ਵਿਲੱਖਣ ਸਥਾਨ ਹੈ। ਇਹ ਅਧਿਆਤਮਵਾਦੀ ਦਰਸ਼ਨ ਅਤੇ ਰਹੱਸਵਾਦੀ ਅਨੁਭੂਤੀ ਦਾ ਵਿਸ਼ਿਸ਼ਟ ਵਿਆਖਿਆਕਾਰ ਹਨ। ਆਪ ਜੀ ਨੇ ਬੁੱਧੀ ਦੇ ਚਮਤਕਾਰ ਦੁਆਰਾ ਗੁਰਬਾਣੀ ਦੇ ਗੋਝ ਆਸ਼ਿਆਂ ਨੂੰ ਭਲੀ ਭਾਂਤ ਖੋਲਿਆ ਹੈ। ਲੋੜ ਅਨੁਸਾਰ ਆਪ ਜੀ ਨੇ ਦਲੀਲ, ਤਰਕ, ਖੰਡਨ, ਮੰਡਨ, ਯੁਕਤੀ ਤੇ ਪ੍ਰਮਾਣਾਂ ਦਾ ਆਸਰਾ ਲਿਆ, ਜਿਨ੍ਹਾਂ ਦੀ ਇਸ ਦੇ ਗਿਆਨ ਭੰਡਾਰ ਵਿੱਚ ਕੋਈ ਥੁੜ ਨਹੀਂ ਸੀ। ਸ਼ਾਸਤਰੀ ਪ੍ਰਤਿਭਾ ਦੇ ਪੱਖ ਤੋਂ ਕੋਈ ਹੋਰ ਕਵੀ ਪੰਜਾਬੀ ਵਿੱਚ ਇਸ ਦਾ ਤੁੱਲ ਨਹੀਂ ਹੈ। ਆਪ ਜੀ ਦਾ ਜੋ ਲਿਖਿਆ ਹੈ, ਆਪ ਜੀ ਨੇ ਬਹੁਤ ਹੀ ਜਿਹੜੀ ਹੈ ਉਹ ਪਰਲੇ ਦਰਜੇ ਦੀ ਜਿਹੜੀ ਹੈ ਰਚਨਾਵਾਂ ਕੀਤੀਆਂ ਹਨ। ਹੁਣ ਥੋੜਾ ਜਿਹਾ ਭਾਈ ਸਾਹਿਬ ਜੀ ਦੇ ਬਾਕੀ ਜੀਵਨ ਦੇ ਬਾਰੇ ਵੀ ਵਿਸਤਾਰ ਕਰ ਲੈਣੇ। ਭਾਈ ਗੁਰਦਾਸ ਜੀ ਦੀ ਵਾਰਾਂ ਨੂੰ, ਗੁਰਬਾਣੀ ਨੂੰ ਸਪਸ਼ਟ ਕਰਨ ਲਈ ਕਈ ਵਿਦਵਾਨਾਂ ਨੇ ਇਹਨਾਂ ਨੂੰ ਗੁਰਬਾਣੀ ਦੀ ਜਿਹੜੀ ਹੈ ਉਹ ਇੱਕ ਤਰੀਕੇ ਦੀ ਵਿਆਖਿਆ ਲਈ ਸਹਾਇਤਾ ਵਾਸਤੇ ਵੀ ਰਚਨਾ ਦੱਸੀ ਗਈ ਹੈ। ਹੁਣ ਵਾਰਾਂ ਦੀ ਡਿਟੇਲ ਜੋ ਭਾਈ ਸਾਹਿਬ ਜੀ ਨੇ ਕੀਤੀ ਹਨ ਉਹ ਵੀ ਮੈਂ ਆਪ ਜੀ ਦੇ ਨਾਲ ਸਾਂਝੀ ਕਰਾਂ। ਪਹਿਲੀ ਵਾਰ ਜੋ ਵਿਸ਼ਾ ਵਸਤੂ ਇਹਨਾਂ ਨੇ ਲਈ ਹੈ ਉਹਦੀ ਵੀ ਡਿਟੇਲ ਆਪ ਨਾਲ ਸਾਂਝੀ ਕਰਦੇ ਹਾਂ। ਪਹਿਲੀ ਵਾਰ ਗੁਰਸਿੱਖੀ ਦੀ ਪ੍ਰਿਸ਼ਠ ਭੂਮੀ ਇਤਿਹਾਸ ਵਿੱਚ ਮਹੱਤਤਾ ਦਾ ਗੁਣਗਾਨ ਕਰਦੀ ਹੈ। ਵਾਰਾਂ ਦੀਆਂ 22 ਪੌੜੀਆਂ ਵਿੱਚ ਸ੍ਰਿਸ਼ਟੀ ਰਚਨਾ, ਮਨੁੱਖੀ ਜੂਨ ਦੀ ਸ੍ਰੇਸ਼ਟਤਾ, 4 ਯੁੱਗਾਂ ਦੀ ਸਥਾਪਨਾ, ਕਲਯੁੱਗ ਵਿੱਚ ਲੋਕਾਂ ਦਾ ਆਚਾਰ ਵਿਹਾਰ, ਤਤਕਾਲੀ ਸਮਾਜ ਵਿੱਚ ਨੈਤਿਕ ਕਦਰਾਂ ਕੀਮਤਾਂ ਦੇ ਵਿਗਠਨ ਆਦਿ ਬਾਰੇ ਵੀ ਵਿਚਾਰ ਚਰਚਾ ਕੀਤੀ ਹੈ। ਗੁਰਮੁਖ ਦੀ ਮਹਿਮਾ, ਸ੍ਰਿਸ਼ਟੀ ਅਤੇ ਪ੍ਰਭੂ ਦੇ ਸੰਬੰਧਾਂ ਬਾਰੇ ਵੀ ਦੱਸਿਆ ਹੈ। ਪ੍ਰਭੂ ਆਪ ਹੀ ਸਭ ਕੁਝ ਹੈ। ਤੀਜੀ ਵਾਰ, ਇਸ ਵਾਰ ਵਿੱਚ ਗੁਰੂ ਅਤੇ ਸਿੱਖ ਦੇ ਇੱਕ ਦੂਜੇ ਦੇ ਵਿੱਚ ਅਭੇਦ ਹੋਣ ਬਾਰੇ ਦੱਸਿਆ ਹੈ। ਚੌਥੀ ਅਤੇ 23ਵੀਂ ਵਾਰ, ਦੋਹਾਂ ਵਾਰਾਂ ਵਿੱਚ ਦੱਸਿਆ ਗਿਆ ਹੈ ਕਿ ਪ੍ਰਭੂ ਦੀ ਦ੍ਰਿਸ਼ਟੀ ਵਿੱਚ ਸਾਰੇ ਬਰਾਬਰ ਹਨ ਤੇ ਪ੍ਰਭੂ ਵੱਡੇ ਛੋਟੇ ਵਿੱਚ ਕੋਈ ਅੰਤਰ ਨਹੀਂ ਕਰਦਾ। ਪੰਜਵੀਂ ਵਾਰ ਵਿੱਚ, ਇਸ ਵਾਰ ਵਿੱਚ ਗੁਰਮੁਖਾਂ ਦੇ ਗੁਣਾਂ ਅਤੇ ਲੱਛਣਾਂ ਬਾਰੇ ਵਿਚਾਰ ਹੋਈ ਹੈ। ਗੁਰਮੁਖ ਨਾਲ ਮਨਮੁਖ ਦੇ ਜੀਵਨ ਨੂੰ ਤੁਲਨਾਇਆ ਹੈ। 6ਵੀਂ ਵਾਰ ਤੇ 12ਵੀਂ ਵਾਰ ਵਿੱਚ ਇਹਨਾਂ ਦੋਹਾਂ ਵਾਰਾਂ ਵਿੱਚ ਗੁਰਮੁਖ ਵਿਅਕਤੀ ਦੀ ਦੈਨਿਕ ਮਰਿਆਦਾ, ਜਿਵੇਂ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ, ਸਾਧ ਸੰਗਤ ਵਿੱਚ ਹਾਜ਼ਰੀ ਦੇਣਾ, ਕੀਰਤਨ ਸ਼ਰਵਣ ਕਰਨਾ, ਸ਼ਾਮ ਵਕਤ ਰਹਿਰਾਸ ਦਾ ਪਾਠ ਕਰਨਾ ਤੇ ਰਾਤ ਸਮੇਂ ਸੋਹਿਲਾ ਆਦਿ ਬਾਰੇ ਦੱਸਿਆ ਹੈ। 7ਵੀਂ ਵਾਰ ਵਿੱਚ ਭਾਈ ਗੁਰਦਾਸ ਜੀ ਨੇ ਲਿਖਿਆ ਹੈ ਕਿ ਗੁਰਮੁਖ ਵਿਅਕਤੀ ਹਰ ਸਥਿਤੀ ਅਤੇ ਪ੍ਰਵੇਸ਼ ਵਿੱਚ ਪ੍ਰਭੂ ਦੇ ਸਨਮੁਖ ਰਹਿੰਦਾ ਹੈ। ਭਾਵ ਗੁਰੂ ਵੱਲੋਂ ਔਰ ਪ੍ਰਭੂ ਵੱਲੋਂ ਕਦੀ ਵੀ ਮੂੰਹ ਨਹੀਂ ਮੋੜਦਾ। 8ਵੀਂ ਵਾਰ ਦੀ 24 ਪੌੜੀਆਂ ਵਿੱਚ ਭਾਈ ਸਾਹਿਬ ਨੇ ਆਪਣੇ ਯੁੱਗ ਦੀਆਂ ਸਮਾਜਿਕ ਸੱਭਿਆਚਾਰ ਸਥਿਤੀਆਂ ਦਾ ਵਰਣਨ ਕੀਤਾ ਹੈ। 9ਵੀਂ ਵਾਰ ਵਿੱਚ ਗੁਰਸਿੱਖੀ ਨੂੰ ਧਾਰਨ ਕਰਨਾ ਅਤੇ ਨਿਭਾਉਣਾ ਕੋਈ ਸੌਖਾ ਕੰਮ ਨਹੀਂ, ਇਸ 9ਵੀਂ ਵਾਰ ਵਿੱਚ ਦੱਸਿਆ ਗਿਆ ਹੈ। 10ਵੀਂ ਵਾਰ ਵਿੱਚ 23 ਪੌੜੀਆਂ ਵਿੱਚ ਭਾਈ ਸਾਹਿਬ ਗੁਰਦਾਸ ਜੀ ਨੇ ਭਾਰਤੀ ਇਤਿਹਾਸ ਮਿਥਿਹਾਸ ਵਿੱਚ ਹੋਏ ਭਗਤਾਂ ਦੇ ਜੀਵਨ ਵੇਰਵਿਆਂ ਨੂੰ ਬਿਆਨ ਕਰਦੇ ਹੋਏ ਭਗਤੀ ਭਾਵ ਦੇ ਵਿਭਿੰਨ ਧਰਾਤਲਾਂ ਨੂੰ ਦ੍ਰਿੜ ਕਰਵਾਇਆ ਹੈ।
ਭਗਤਾਂ ਵੀ ਜੈਦੇਵ, ਨਾਮਦੇਵ, ਤਰਲੋਚਨ ਜੀ, ਧੰਨਾ, ਬੇਣੀ, ਸੈਨ, ਫਰੀਦ, ਰਵਿਦਾਸ, ਕਬੀਰ, ਪੀਪਾ ਆਦਿ ਜੀ ਦੇ ਜੀਵਨ ਬਾਰੇ ਵੀ ਲਿਖਿਆ ਹੈ। 11ਵੀਂ ਵਾਰ ਵਿੱਚ ਭਾਈ ਗੁਰਦਾਸ ਜੀ ਨੇ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਦੇ ਪਿਆਰੇ ਸਿੱਖਾਂ ਬਾਰੇ ਵੀ ਦੱਸਿਆ ਹੈ। ਗੁਰਸਿੱਖਾਂ ਦੇ ਨਾਵਾਂ ਨਾਲ ਉਹਨਾਂ ਦੀਆਂ ਜਿਹੜੇ ਇਲਾਕੇ ਹਨ ਉਹਦਾ ਵੀ ਵਰਣਨ ਕੀਤਾ ਹੈ। 13ਵੀਂ ਵਾਰ ਵਿੱਚ ਇਸ ਵਾਰ ਵਿੱਚ ਪ੍ਰਭੂ ਦੇ ਪਿਰਮ ਪਿਆਲੇ ਅਤੇ ਪਿਰਮ ਰਸ ਦੀ ਇੱਕ ਬੂੰਦ ਲੱਖਾਂ ਦਰਿਆਵਾਂ ਅਤੇ ਸਮੁੰਦਰਾਂ ਦੇ ਇਸ਼ਨਾਨ ਤੋਂ ਉਚੇਰੀ ਦੱਸੀ ਗਈ ਹੈ। 14ਵੀਂ ਅਤੇ 30ਵੀਂ ਵਾਰ ਵਿੱਚ ਇਹਨਾਂ ਵਾਰਾਂ ਵਿੱਚ ਭਾਈ ਸਾਹਿਬ ਸੱਚ ਅਤੇ ਝੂਠ ਆਦਿਕ ਨੈਤਿਕ ਕਦਰਾਂ ਕੀਮਤਾਂ ਦੇ ਗੁਣਾਂ ਦੋਸ਼ਾਂ ਬਾਰੇ ਵਿਚਾਰ ਕੀਤਾ ਹੈ। 15ਵੀਂ ਅਤੇ 16ਵੀਂ ਵਾਰ ਵਿੱਚ ਇਹਨਾਂ ਵਾਰਾਂ ਵਿੱਚ ਮਨੁੱਖੀ ਜੂਨ ਨੂੰ ਸਭ ਜੂਨਾਂ ਨਾਲੋਂ ਉੱਤਮ ਮੰਨਿਆ ਗਿਆ ਹੈ ਔਰ ਜਿਹੋ ਜਿਹਾ ਉਹ ਬੀਜਦਾ ਹੈ ਉਹੋ ਜਿਹਾ ਉਸ ਨੂੰ ਫਲ ਮਿਲਦਾ ਹੈ। 17ਵੀਂ ਵਾਰ ਵਿੱਚ ਇਸ ਵਾਰ ਵਿੱਚ ਮਨੁੱਖ ਦੀ ਦਸ਼ਾ ਨੂੰ ਖੂਹ ਦੇ ਡੱਡੂ ਨਾਲ ਜਿਹੜਾ ਹੈ ਤੁਲਨਾ ਦਿੱਤੀ ਗਈ ਹੈ। ਉਹ ਚਿੱਕੜ ਵਿੱਚ ਰਹਿ ਕੇ ਆਪਣਾ ਜੀਵਨ ਨਸ਼ਟ ਕਰ ਲੈਂਦਾ ਹੈ। 18ਵੀਂ ਵਾਰ ਵਿੱਚ ਇਸ ਵਾਰ ਵਿੱਚ ਭਾਈ ਸਾਹਿਬ ਗੁਰਦਾਸ ਜੀ ਨੇ ਕੁਦਰਤ ਤੇ ਕਾਦਰ ਦੇ ਆਪਸੀ ਸੰਬੰਧਾਂ ਬਾਰੇ ਚਰਚਾ ਕੀਤੀ ਹੈ। 20ਵੀਂ ਵਾਰ ਵਿੱਚ ਇਸ ਵਾਰ ਵੀ ਸਾਰੇ ਸਤਿਗੁਰਾਂ ਵਿੱਚ ਇੱਕ ਜੋਤ ਦੇ ਪ੍ਰਚਲਿਤ ਹੋਣ ਬਾਰੇ ਦੱਸਿਆ ਹੈ ਤੇ ਗੁਰਮੁਖਾਂ ਅਤੇ ਗੁਰਸਿੱਖਾਂ ਨੂੰ ਇਸ ਰਹੱਸ ਦੀ ਸੋਝੀ ਹੋ ਜਾਂਦੀ ਹੈ, ਇਸ ਬਾਰੇ ਵੀ ਬਿਆਨ ਕੀਤਾ ਹੈ। 21ਵੀਂ ਵਾਰ ਇਸ ਵਾਰ ਵਿੱਚ ਗੁਰਸਿੱਖੀ ਵਿੱਚ ਕੇਵਲ ਪ੍ਰੇਮ ਭਗਤੀ ਨੂੰ ਹੀ ਸਰਵੋੱਚ ਦੱਸਿਆ ਗਿਆ ਹੈ। ਮਨੁੱਖ ਦੀਆਂ ਸਿਆਣਪਾਂ, ਚਤੁਰਾਈਆਂ, ਗਿਆਨ, ਧਿਆਨ, ਗਰਭ ਗਵਾਨ ਕਿਸੇ ਕੰਮ ਨਹੀਂ ਆਉਂਦਾ, ਇਸ ਦਾ ਵੀ ਨਿਖੇੜਾ ਕੀਤਾ। 24ਵੀਂ ਵਾਰ ਵਿੱਚ ਇਸ ਵਾਰ ਵਿੱਚ ਭਾਈ ਸਾਹਿਬ ਜੀ ਦੱਸਦੇ ਹਨ ਕਿ ਅਸਲ ਵਿੱਚ ਗੁਰ ਸ਼ਬਦ ਹੀ ਗੁਰਮੂਰਤ ਹੈ। ਇਹ ਸਾਧ ਸੰਗਤ ਦੁਆਰਾ ਪ੍ਰਗਟ ਹੁੰਦਾ ਹੈ। ਇਹ ਜੋ ਵਾਰ ਹੈ ਇਹਦੇ ਅੰਦਰ ਇਹ ਜੋ ਵਰਣਨ ਕੀਤਾ ਹੈ, ਇਹ ਗੁਰਮੂਰਤ ਗੁਰ ਸ਼ਬਦ ਹੈ, ਸਾਧ ਸੰਗਤ ਵਿੱਚ ਪ੍ਰਗਟੀ ਆਇਆ। ਇਹ ਜੋ ਅੱਜ ਕੱਲ੍ਹ ਦੇ ਮੌਜੂਦਾ ਸਮੇਂ ਦੇ ਅੰਦਰ ਜਿਹੜੀਆਂ ਮਨੋਕਲਪਤ ਗੁਰੂਆਂ ਦੀਆਂ ਜਿਹੜੀਆਂ ਤਸਵੀਰਾਂ ਔਰ ਮੂਰਤੀਆਂ ਆਦਿ ਜਿਹੜੀਆਂ ਚੱਲ ਰਹੀਆਂ ਹਨ, ਇਹਨਾਂ ਦਾ ਬੜਾ ਹੀ ਜਿਹੜਾ ਹੈ ਉਹ ਵਰਣਨ ਜਿਹੜਾ ਹੈ ਉਹ ਗਲਤ ਤਰੀਕੇ ਦੇ ਨਾਲ ਆਉਂਦਾ ਹੈ। ਤੋ ਮੈਂ 1 ਮਿੰਟ ਬੇਨਤੀ ਕਰਾਂਗਾ, 1 ਮਿੰਟ ਵਾਸਤੇ ਮੈਨੂੰ ਥੋੜਾ ਖਿਮਾ ਕਰਨਾ ਵੀਰ ਜੀ। ਹਾਂਜੀ, 25ਵੀਂ ਵਾਰ ਦੀ ਗੱਲ ਕਰ ਰਹੇ ਸੀਗੇ। ਇਸ ਵਿੱਚ ਗੁਰਮੁਖਾਂ ਦੀ ਮਰਿਆਦਾ, ਸਾਧ ਸੰਗਤ ਤੇ ਪ੍ਰਤਾਪ ਅਤੇ ਨਿਮਰਤਾ ਦਾ ਗੁਣਗਾਨ ਕੀਤਾ ਗਿਆ ਹੈ। 26ਵੀਂ ਵਾਰ ਵਿੱਚ ਕਈ ਪ੍ਰਕਾਰ ਦੇ ਵਿਸ਼ੇ ਜਿਵੇਂ ਗੁਰੂ ਹੀ ਪਰਮੇਸ਼ਰ ਰੂਪ ਹੈ, ਗੁਰਮੁਖਾਂ ਦੇ ਪਰਉਪਕਾਰ, ਕਲਯੁਗ ਵਿੱਚ ਨਾਮ ਦੀ ਪ੍ਰਧਾਨਤਾ, ਨਿਮਰਤਾ, ਸੱਚ ਦੀ ਮਹਿਮਾ ਅਤੇ ਸਾਧ ਸੰਗਤ ਆਦਿ ਹਨ। 27ਵੀਂ ਵਾਰ ਵਿੱਚ ਗੁਰਸਿੱਖਾਂ ਦੀ ਸੱਚੀ ਪ੍ਰੀਤ ਨੂੰ ਲੈਲਾ ਮਜਨੂ, ਸੱਸੀ ਪੁੰਨੂ ਦੀ ਪ੍ਰੀਤ ਨਾਲੋਂ ਵੀ ਸੱਚੀ ਮੰਨਿਆ ਗਿਆ ਹੈ। 28ਵੀਂ ਵਾਰ ਵਿੱਚ ਇਸ ਵਾਰ ਦੀਆਂ 22 ਪੌੜੀਆਂ ਵਿੱਚ ਗੁਰਸਿੱਖੀ ਦਾ ਕਠਨ ਮਾਰਗ, ਨਿਸ਼ਕਾਮ ਸੇਵਾ, ਗੁਰੂ ਦੀ ਸ਼ਕਤੀ, ਆਤਮ ਸੁਖ ਅਤੇ ਨਿਮਰਤਾ ਆਦਿ ਵਿਸ਼ੇ ਜਿਹੜੇ ਨਿਭਾਏ ਗਏ ਹਨ। 29ਵੀਂ ਵਾਰ ਵਿੱਚ ਇਸ ਵਾਰ ਵਿੱਚ ਸਾਧ ਸੰਗਤ, ਗੁਰਸਿੱਖੀ, ਸਹਿਜ ਪਦ, ਜਾਪ, ਮਨ ਜੀਤੇ ਜਗ ਜੀਤ ਅਤੇ ਗੁਰੂ ਦੀ ਵਡਿਆਈ ਆਦਿ ਵਿਸ਼ੇ ਆਏ ਹਨ। 31ਵੀਂ ਵਾਰ ਵਿੱਚ ਇਸ ਵਾਰ ਵਿੱਚ ਗਿਆਨੀ ਅਤੇ ਅਗਿਆਨੀਆਂ ਦੇ ਗੁਣ ਲੱਛਣ ਦੱਸੇ ਹਨ ਕਿ ਗਿਆਨੀ ਲੋਕ ਸੱਚ ਨੂੰ ਖੋਜ ਲੈਂਦੇ ਹਨ, ਜਦ ਕਿ ਅਗਿਆਨੀ ਪੁਰਸ਼ਾਂ ਨੂੰ ਜਮਦੂਤਾਂ ਦੀ ਮਾਰ ਪੈਂਦੀ ਹੈ। 32ਵੀਂ ਵਾਰ ਇਸ ਵਿੱਚ ਆਪ ਨੇ ਮੂਰਖ ਤੇ ਪ੍ਰਕਰਨ ਨੂੰ ਜਾਰੀ ਰੱਖਿਆ ਹੈ ਕਿ ਮੂਰਖ ਆਪਣੀਆਂ ਕਰਤੂਤਾਂ ਨਾਲ ਪ੍ਰਗਟ ਹੋ ਜਾਂਦਾ ਹੈ। 33ਵੀਂ ਵਾਰ ਵਿੱਚ ਇਸ ਵਾਰ ਦੀਆਂ 22 ਪੌੜੀਆਂ ਵਿੱਚ ਕਈ ਤਰ੍ਹਾਂ ਦੇ ਵਿਸ਼ੇ ਆਏ ਹਨ, ਜਿਵੇਂ ਗੁਰਮੁਖ, ਮਨਮੁਖ, ਵਿਚਾਰਨ ਇਸਤਰੀ, ਦ્વੈਤ ਭਾਵ, ਗੁਰਸਿੱਖੀ ਦਾ ਮਹੱਤਵ। 34ਵੀਂ ਅਤੇ 36ਵੀਂ ਵਾਰ ਵਿੱਚ ਇਹਨਾਂ ਵਾਰਾਂ ਦੀਆਂ 21 ਪੌੜੀਆਂ ਵਿੱਚ ਮਨਮੁਖ ਅਥਵਾ ਬੇਮੁਖ ਦੀ ਤਰਸਯੋਗ ਅਤੇ ਘਿਨਾਉਣੀ ਸਥਿਤੀ ਨੂੰ ਬਿਆਨ ਕੀਤਾ ਗਿਆ ਹੈ। ਮੀਨਾ ਸ਼ਬਦ ਬੇਮੁਖ ਵਿਅਕਤੀ ਲਈ ਹੀ ਵਰਤਿਆ ਗਿਆ ਹੈ ਇਸ ਵਾਰ ਵਿੱਚ। 37ਵੀਂ ਵਾਰ ਵਿੱਚ ਇਸ ਵਾਰ ਵਿੱਚ ਪ੍ਰਭੂ ਦੇ ਚੋਜ, ਉਸ ਦੀ ਵਚਿੱਤਰ ਰਚਨਾ, ਮਾਨਸ ਜਨਮ ਦੀ ਦੁਰਲਭਤਾ, ਬਾਲ ਅਵਸਥਾ, ਮਾਤਾ ਦੇ ਉਪਕਾਰ, ਸੰਸਾਰਕ ਝਮੇਲੇ ਆਦਿ ਮਨਮੁਖ ਆਦਿ ਵਿਸ਼ੇ ਆਉਂਦੇ ਹਨ। 38ਵੀਂ ਵਾਰ ਵਿੱਚ ਭਾਈ ਗੁਰਦਾਸ ਜੀ ਨੇ ਗੁਰਸਿੱਖ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਆਦਿ ਵਿਕਾਰਾਂ ਤੋਂ
ਮੁਕਤੀ ਦਾ ਜਿਹੜਾ ਹੈ ਵਰਣਨ ਕੀਤਾ ਹੈ। 39ਵੀਂ ਵਾਰ ਵਿੱਚ ਇਸ ਵਾਰ ਦੀਆਂ 21 ਪੌੜੀਆਂ ਵਿੱਚ ਬਹੁਤ ਸਾਰੇ ਵਿਸ਼ੇ ਆਏ ਹਨ, ਜਿਵੇਂ ਪੰਜੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਗੁਰੂ ਅਰਜਨ ਦੇਵ ਜੀ ਤੱਕ ਪ੍ਰਭੂ ਦਾ ਸਰੂਪ, ਸੱਚਾ ਜੀਵਨ, ਸਭ ਤੋਂ ਉੱਚਾ ਸੁੱਚਾ, ਪ੍ਰੇਮ ਰਸ ਨੂੰ ਕੋਈ ਵਿਰਲਾ ਪੀਂਦਾ ਹੈ ਆਦਿ। 40ਵੀਂ ਵਾਰ ਇਸ ਵਾਰ ਦੀਆਂ 22 ਪੌੜੀਆਂ ਵਿੱਚ ਸਤਸੰਗ ਦੀ ਮਹਿਮਾ, ਸਤਿਗੁਰ ਦੀ ਸ੍ਰੇਸ਼ਟਤਾ, ਭਗਤੀ ਸਿਮਰਨ ਅਤੇ ਫੋਕਟ ਕਰਮ ਦੀ ਨਿਖੇਧੀ ਆਦਿ ਦਾ ਵਰਣਨ ਹੈ। ਇਸ ਸਦਕਾ ਸਿੱਖ ਧਰਮ ਵਿੱਚ ਨਿਰੰਤਰ ਵਿਕਸਿਤ ਹੁੰਦਾ ਰਿਹਾ ਹੈ ਅਤੇ ਅੱਜ ਇਹ ਸੰਘਣੇ ਛਾਂਦਾਰ ਰੁੱਖ ਵਰਗੀ ਸਮੁੱਚੀ ਮਾਨਵਤਾ ਨੂੰ ਆਪਣੀ ਸਰਪ੍ਰਸਤੀ ਲਈ ਨਿਵਾਜ ਰਿਹਾ ਹੈ। ਤੋ ਭਾਈ ਗੁਰਦਾਸ ਜੀ ਦੇ ਜੋ ਜੀਵਨ ਹੈ ਉਹ ਇੰਨਾ ਮਹਾਨ ਹੈ ਕਿ ਇਹਦੇ ਚੋਂ ਜਿੰਨਾ ਵੀ ਆਪਾਂ ਕਹੀਏ ਉਨਾ ਹੀ ਜਿਹੜਾ ਹੈ ਉਹ ਘੱਟ ਹੈ। ਆਪ ਜੀ ਇੱਕ ਪੰਜਾਬੀ ਸਿੱਖ ਲੇਖਕ, ਇਤਿਹਾਸਕਾਰ ਅਤੇ ਪ੍ਰਚਾਰਕ ਵੀ ਸਨ, ਜਿਵੇਂ ਮੈਂ ਪਹਿਲਾਂ ਬੇਨਤੀ ਕੀਤੀ ਹੈ। ਔਰ ਆਪ ਜੀ ਅਕਾਲ ਤਖਤ ਸਾਹਿਬ ਦੇ ਵੀ ਜਿਹੜੇ ਹਨ ਉਹ ਜਥੇਦਾਰ ਰਹੇ ਹਨ। ਗੁਰੂ ਹਰਗੋਬਿੰਦ ਪਾਤਸ਼ਾਹ ਦੁਆਰਾ ਆਪ ਜੀ ਨੂੰ ਜਿਹੜਾ ਹੈ ਨਿਯੁਕਤ ਕੀਤਾ ਗਿਆ। ਔਰ ਆਪ ਜੀ ਦੇ ਮਾਪੇ ਜਿਹੜੇ ਹਨ ਉਹ ਈਸ਼ਰ ਦਾਸ ਜੀ ਪਿਤਾ ਜੀ ਸਨ ਔਰ ਜੀਵਨੀ ਜੀ ਆਪ ਜੀ ਦੀ ਮਾਤਾ ਜੀ ਸਨ। ਤੋ ਜਿਵੇਂ ਆਪ ਦੇ ਆਰੰਭਕ ਜੀਵਨ ਦੀ ਗੱਲ ਕਰੀਏ ਤਾਂ ਆਪ ਜੀ ਦਾ ਪਾਲਣ ਪੋਸ਼ਣ ਅਤੇ ਵਿਦਿਆ ਦਾ ਪ੍ਰਬੰਧ ਵੀ ਸ੍ਰੀ ਗੁਰੂ ਅਮਰਦਾਸ ਜੀ ਨੇ ਹੀ ਕੀਤਾ, ਕਿਉਂਕਿ ਆਪ ਜੀ ਉਹਨਾਂ ਦੇ ਭਰਾ ਦੇ ਬੇਟੇ ਸਨ, ਭਤੀਜੇ ਸਨ। ਤੀਸਰੇ ਸਤਿਗੁਰੂ ਜੀ ਦੀ ਦੇਖ ਰੇਖ ਹੇਠ ਵਿਚਰਦਿਆਂ ਹੀ ਆਪਣੇ ਪੰਜਾਬੀ ਅਤੇ ਹਿੰਦੀ, ਸੰਸਕ੍ਰਿਤ ਤੇ ਬ੍ਰਿਜ ਭਾਸ਼ਾ ਦਾ ਮੁਕੰਮਲ ਗਿਆਨ ਹਾਸਲ ਕੀਤਾ। ਆਪ ਜੀ ਸ੍ਰੀ ਗੁਰੂ ਅਮਰਦਾਸ ਜੀ ਤੋਂ ਪਿੱਛੋਂ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਤੇ ਫਿਰ ਬਾਣੀ ਕੇ ਬੋਇਤ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸਹਿਯੋਗ ਅਗਵਾਈ ਹੇਠ ਆਪ ਜੀ ਗੁਰਮਤਿ ਪ੍ਰਚਾਰ ਲਈ ਪੰਜਾਬ ਔਰ ਪੰਜਾਬ ਤੋਂ ਬਾਹਰ ਦੇ ਇਲਾਕਿਆਂ ਵਿੱਚ ਗੁਰਮਤਿ ਪ੍ਰਚਾਰ ਲਈ ਜਾਂਦੇ ਰਹੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਹਿਲੀ ਬੀੜ ਦੇ ਲਿਖਾਰੀ ਹੋਣ ਦਾ ਮਾਣ ਭਾਈ ਗੁਰਦਾਸ ਜੀ ਨੂੰ ਪ੍ਰਾਪਤ ਹੈ। ਇਹ ਮਹਾਨ ਕਾਰਜ ਭਾਈ ਸਾਹਿਬ ਜੀ ਨੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸਹਿਯੋਗ ਅਗਵਾਈ ਤੇ ਨਿਗਰਾਨੀ ਹੇਠ ਕੀਤਾ। ਸਿੱਖ ਧਰਮ ਵਿੱਚ ਅਜਿਹੀਆਂ ਸੇਵਾਵਾਂ ਨਿਭਾਉਣ ਦਾ ਮਾਣ ਭਾਈ ਸਾਹਿਬ ਗੁਰਦਾਸ ਜੀ ਨੂੰ ਪ੍ਰਾਪਤ ਹੈ। ਜਿਹੜੀ ਲਿਖਾਈ ਕਰਦੇ ਸਨ ਭਾਈ ਗੁਰਦਾਸ ਜੀ, ਉਹ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਜਿਹੜੇ ਹਨ ਭੇਟਾ ਕਰਦੇ ਸਨ, ਤਾਂ ਉਹਦੇ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਜੋ ਵੀ ਸੁਧਾਈ ਲਈ ਉਹਦੇ ਚੋਂ ਸੰਕੇਤ ਕਰਦੇ ਸਨ, ਉਸ ਨੂੰ ਭਾਈ ਗੁਰਦਾਸ ਜੀ ਬੜੀ ਦਿਆਨਤਦਾਰੀ ਨਾਲ ਔਰ ਤਵੱਜੋ ਨਾਲ ਉਹਨਾਂ ਨੂੰ ਜਿਹੜੀ ਹਨ ਉਹ ਠੀਕ ਕਰਦੇ ਸਨ। ਜਦ ਸ੍ਰੀ ਗੁਰੂ ਅਰਜਨ ਅੰਮ੍ਰਿਤਸਰ ਵਿਖੇ ਗੁਰਤਾ ਗੱਦੀ ਦੇ ਮਾਲਕ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਬਿਰਾਜਮਾਨ ਸਨ, ਤਾਂ ਪ੍ਰਿਥੀ ਚੰਦ ਨੇ ਗੁਰਿਆਈ ਹਥਾਉਣ ਲਈ ਬੜਾ ਹੀ ਜਿਹੜਾ ਹੈ ਉਹ ਉਦਮ ਮਚਾਇਆ। ਉਸ ਸਮੇਂ ਭਾਈ ਗੁਰਦਾਸ ਜੀ ਨੇ ਆਗਰੇ ਤੋਂ ਵਾਪਸ ਸ੍ਰੀ ਅੰਮ੍ਰਿਤਸਰ ਪਹੁੰਚ ਕੇ ਪ੍ਰਿਥੀ ਚੰਦ ਦਾ ਕ੍ਰੋਧ ਸ਼ਾਂਤ ਕਰਨ ਦਾ ਯਤਨ ਕੀਤਾ। ਆਪਨੇ ਆਪਣੀ ਵਾਰਾਂ ਵਿੱਚੋਂ 36ਵੀਂ ਵਾਰ ਰਾਹੀਂ ਪ੍ਰਿਥੀ ਚੰਦ ਦੀ ਕਪਟਤਾ ਨੂੰ ਜਗ ਜ਼ਾਹਰ ਕੀਤਾ। ਜਿਵੇਂ ਮੈਂ ਹੁਣੇ ਆਪ ਜੀ ਦੇ ਨਾਲ ਵਾਰਾਂ ਦਾ ਜ਼ਿਕਰ ਕੀਤਾ ਹੈ, ਤਾਂ ਪੰਜਾਬੀ ਭਾਸ਼ਾ ਵਿੱਚ ਆਪ ਜੀ ਦੀ ਇਹਨਾਂ ਵਾਰਾਂ ਨੂੰ ਵਾਰਾਂ ਗਿਆਨ ਰਤਨਾਵਲੀ ਦਾ ਵੀ ਨਾਂ ਦਿੱਤਾ ਜਾਂਦਾ ਹੈ। ਤਾਂ ਪੰਚਮ ਪਾਤਸ਼ਾਹ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪ ਜੀ ਦੀ ਰਚਨਾ ਵਾਰਾਂ ਗਿਆਨ ਰਤਨਾਵਲੀ ਨੂੰ ਜਿਹੜਾ ਹੈ ਗੁਰਬਾਣੀ ਦੇ ਅਰਥ ਬੋਧ ਸਮਝਣ ਲਈ ਬਹੁਤ ਲਾਹੇਵੰਦ ਦੱਸਿਆ। ਸਿੱਖ ਇਤਿਹਾਸ ਤੇ ਪੰਜਾਬੀ ਸਾਹਿਤ ਵਿੱਚ ਇਹਨਾਂ ਵਾਰਾਂ ਦਾ, ਇਹਨਾਂ ਦੇ ਕਵਿਤ ਔਰ ਸਵਈਆਂ ਦਾ ਵਿਸ਼ੇਸ਼ ਜਿਹੜਾ ਹੈ ਉਹ ਸਥਾਨ ਹੈ। ਮੈਂ ਇੱਥੇ ਬੇਨਤੀ ਕਰਾਂ ਕਿ 40 ਵਾਰਾਂ ਭਾਈ ਗੁਰਦਾਸ ਜੀ ਦੀਆਂ ਲਿਖੀਆਂ ਹੋਈਆਂ ਹਨ ਔਰ ਇੱਕ 41 ਜੋ ਵਾਰ ਹੈ ਜਿਹਦੇ ਅੰਦਰ ਕਿ ਖਾਲਸਾ ਸਾਜਨ ਦੀ ਗੱਲ ਕੀਤੀ ਗਈ ਹੈ ਜਾਂ ਜਿਹਦੇ ਅੰਦਰ ਗੁਰਸਿਮਰਨ ਮਨਾਈ ਕਾਲਕਾ ਦੀ ਗੱਲ ਕੀਤੀ ਗਈ ਹੈ, ਉਹ ਇਸ ਭਾਈ ਗੁਰਦਾਸ ਜੀ ਦੀ ਰਚਨਾ ਨਹੀਂ ਹੈ। ਉਹ ਕਿਸੇ ਹੋਰ ਭਾਈ ਗੁਰਦਾਸ ਵਰਗੇ ਨਾਂ ਦੇ ਨਾਲ ਵਿਅਕਤੀ ਨੇ 10ਵੇਂ ਪਾਤਸ਼ਾਹ ਦੇ ਸਮੇਂ ਉਸ ਨੂੰ ਲਿਖਿਆ ਤੇ ਇਸ ਨੂੰ ਖਾਮਖਾਹੀ ਇਹਦੇ ਨਾਲ ਵਾਰਾਂ ਦੇ ਨਾਲ ਅਟੈਚ ਕਰਕੇ 41ਵੀਂ ਵਾਰ ਕਿਹਾ ਜਾਂਦਾ ਹੈ। ਇਸ ਭੁਲੇਖੇ ਨੂੰ ਵੀ ਸਾਨੂੰ ਸਮਝਣ ਦੀ ਲੋੜ ਹੈ। ਹੁਣ ਆਪਾਂ ਥੋੜੀ ਜਿਹੀ ਗੱਲ ਕਰਦੇ ਹਾਂ ਇਹਨਾਂ ਦਾ ਜੋ ਜੀਵਨ ਜਿਸ ਤਰੀਕੇ ਨਾਲ ਅਸੀਂ ਦੇਖਿਆ ਹੈ।
ਇਹਨਾਂ ਦੇ ਆਪ ਜੀ ਦੀ ਵਾਰਾਂ ਤੋਂ ਬਾਅਦ ਪੰਜਾਬੀ ਵਿੱਚ ਕਵਿਤ ਸਵਈਏ ਬ੍ਰਿਜ ਭਾਸ਼ਾ ਵਿੱਚ ਆਪ ਜੀ ਨੇ ਲਿਖੇ। ਆਪ ਦੇ ਕੁੱਲ 6 ਸ਼ਲੋਕ ਸੰਸਕ੍ਰਿਤ ਭਾਸ਼ਾ ਵਿੱਚ ਰਚੇ ਮਿਲਦੇ ਹਨ, ਜਿਨ੍ਹਾਂ ਵਿੱਚ ਵਾਹਿਗੁਰੂ ਸ਼ਬਦ ਦੀ ਡੂੰਘੀ ਵਿਆਖਿਆ ਕੀਤੀ ਗਈ ਹੈ। ਆਪ ਨੇ ਇਹਨਾਂ ਜਿਹੜੇ ਹਨ ਅੰਦਰਲੀਆਂ ਗਵਾਹੀਆਂ ਤੋਂ ਜਾਪਦਾ ਹੈ ਕਿ ਬਹੁਤੀਆਂ ਵਾਰਾਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗੁਰਗੱਦੀ ਕਾਲ ਦੌਰਾਨ ਰਚੀਆਂ ਗਈਆਂ। ਇਹਨਾਂ ਵਾਰਾਂ ਵਿੱਚ ਗੁਰਮਤਿ ਦਾ ਪ੍ਰਚਾਰ ਹੈ, ਜਿਸ ਤੋਂ ਇਹ ਅਨੁਮਾਨ ਲਗਾਇਆ ਜਾ ਸਕਦਾ ਹੈ ਕਿ ਇਹਨਾਂ ਵਾਰਾਂ ਦੀਆਂ ਪੌੜੀਆਂ ਵੱਖ-ਵੱਖ ਅਵਸਰਾਂ ਤੇ ਵੱਖ-ਵੱਖ ਸਮੇਂ ਉਚਾਰੀਆਂ ਗਈਆਂ ਤੇ ਬਾਅਦ ਵਿੱਚ ਇਹਨਾਂ ਨੂੰ ਵਿਸ਼ੇ ਦੇ ਰੂਪ ਮੁਤਾਬਕ ਸੰਕਲਿਤ ਕੀਤਾ ਗਿਆ। ਕਵਿਤ ਸਵਈਏ ਬ੍ਰਿਜ ਭਾਸ਼ਾ ਵਿੱਚ ਰਚੇ ਗਏ ਹਨ, ਜਿਨ੍ਹਾਂ ਦੀ ਗਿਣਤੀ 675 ਮੰਨੀ ਜਾਂਦੀ ਹੈ। ਜਦੋਂ ਭਾਈ ਜੀ ਗੁਰਮਤਿ ਪ੍ਰਚਾਰ ਹਿਤ ਬਨਾਰਸ, ਆਗਰਾ ਆਦਿ ਹਿੰਦੀ ਖੇਤਰਾਂ ਵਿੱਚ ਗਏ ਤਾਂ ਉੱਥੋਂ ਦੇ ਜਿਗਿਆਸੂਆਂ ਨੂੰ ਗੁਰਮਤਿ ਦੇ ਪ੍ਰਚਾਰ ਬਾਰੇ ਸਮਝਾਉਣ ਲਈ ਬ੍ਰਿਜ ਭਾਸ਼ਾ ਦਾ ਆਪ ਜੀ ਨੇ ਉਪਯੋਗ ਕੀਤਾ। ਇਹ ਕਵਿਤ ਸਵਈਏ ਵੀ ਵੱਖ-ਵੱਖ ਸਥਾਨਾਂ ਤੇ ਵੱਖ-ਵੱਖ ਜਿਗਿਆਸੂਆਂ ਨੂੰ ਉਹਨਾਂ ਦੀ ਜਿਗਿਆਸਾ ਨੂੰ ਸ਼ਾਂਤ ਕਰਨ ਲਈ ਜਿਹੜਾ ਹੈ ਉਹ ਵਰਤਿਆ ਗਿਆ। ਇਹਨਾਂ ਕਵਿਤ ਸਵਈਆਂ ਨੂੰ 2 ਵਰਗਾਂ ਵਿੱਚ ਵੰਡਿਆ ਜਾ ਸਕਦਾ ਹੈ। ਆਓ ਇਸ ਬਾਰੇ ਦੇਖਦੇ ਹਾਂ। ਪਹਿਲਾ ਹੈ ਵਿਆਖਿਆ ਪ੍ਰਧਾਨ ਵਰਗ, ਵਿੱਚ ਉਹ ਕਵਿਤ ਸਵਈਏ ਰੱਖੇ ਜਾ ਸਕਦੇ ਹਨ ਜਿਨ੍ਹਾਂ ਵਿੱਚ ਆਪ ਨੇ ਪ੍ਰਚਾਰ ਦੀ ਦ੍ਰਿਸ਼ਟੀ ਤੋਂ ਗੁਰਮਤਿ ਸਿਧਾਂਤਾਂ ਦੀ ਵਿਆਖਿਆ ਕੀਤੀ ਹੈ। ਦੂਸਰਾ ਅਨੁਭਵ ਪ੍ਰਧਾਨ ਉਹ ਕਵਿਤ ਸਵਈਏ ਹਨ ਜਿਨ੍ਹਾਂ ਵਿੱਚ ਆਪ ਨੇ ਨਿੱਜੀ ਅਨੁਭਵਾਂ ਨੂੰ ਪ੍ਰਗਟਾਇਆ ਹੈ। ਆਤਮ ਸਮਰਪਣ ਤੋਂ ਲੈ ਕੇ ਬਿਰਹੋਂ ਦੀ ਤੜਪ ਤੱਕ ਦੇ ਅਨੁਭਵ ਵਾਲੇ ਕਵਿਤ ਸਵਈਏ ਇਸ ਵਰਗ ਵਿੱਚ ਜਿਹੜੇ ਹਨ ਰੱਖੇ ਜਾ ਸਕਦੇ ਹਨ। ਆਪ ਜੀ ਦੀ ਜੋ ਗੁਰਮਤਿ ਵਿਚਾਰਧਾਰਾ ਦਾ ਜੋ ਵਿਸ਼ਲੇਸ਼ਣ ਆਪ ਜੀ ਨੇ ਬਹੁਤ ਸੁੰਦਰ ਢੰਗ ਨਾਲ ਕੀਤਾ ਹੈ। ਬ੍ਰਹਮ ਦੇ ਵਿਭਿੰਨ ਸਰੂਪ, ਸ੍ਰਿਸ਼ਟੀ ਤੋਂ ਪਹਿਲਾਂ ਦੀ ਸਥਿਤੀ, ਸ੍ਰਿਸ਼ਟੀ ਦੀ ਉਤਪਤੀ ਦਾ ਵਿਸਤਾਰ, ਮਨੁੱਖ ਦੇਹੀ ਦਾ ਮਹੱਤਵ, ਪ੍ਰੇਮਾ ਭਗਤੀ, ਸ਼ੁਭ ਆਚਾਰ ਵਿਚਾਰ ਵਿਹਾਰ, ਗੁਰਸਿੱਖੀ ਜੀਵਨ ਜਾਚ, ਗੁਰੂ ਸਾਹਿਬਾਨ ਦਾ ਸਮਾਜਿਕ ਦ੍ਰਿਸ਼ਟੀਕੋਣ, ਵਰਨ ਵਿਵਸਥਾ ਦਾ ਤਿਆਗ ਆਦਿ ਬਾਰੇ ਆਪ ਨੇ ਸਪਸ਼ਟ ਕੀਤਾ ਹੈ ਤੇ ਆਪਣੇ ਵਿਚਾਰ ਨੂੰ ਹੋਰ ਸੁਗਮ ਬਣਾਉਣ ਲਈ ਬੇਅੰਤ ਉਦਾਹਰਨਾਂ ਦਾ ਜਾਂ ਅਲੰਕਾਰਾਂ ਦੀ ਵੀ ਵਰਤੋਂ ਕੀਤੀ ਹੈ। ਆਪ ਨੂੰ ਵਿਦਵਾਨ ਗੁਰਬਾਣੀ ਦੀ ਸਹਿਜ ਵਿਆਖਿਆ ਪ੍ਰਣਾਲੀ ਦਾ ਮੋਢੀ ਮੰਨਦੇ ਹਨ। ਆਪ ਨੇ ਗੁਰਬਾਣੀ ਦੀਆਂ ਕਈ ਤੁਕਾਂ ਜਾਂ ਕਈ ਪੂਰੇ ਸ਼ਬਦਾਂ ਦੀ ਵਿਆਖਿਆ ਆਪਣੀ ਵਾਰਾਂ ਵਿੱਚ ਔਰ ਕਵਿਤ ਸਵਈਆਂ ਵਿੱਚ ਕੀਤੀ ਹੈ। ਭਾਈ ਗੁਰਦਾਸ ਜੀ ਦੇ ਬਾਰੇ ਜਿਵੇਂ ਅਸੀਂ ਸਾਰੀਆਂ ਗੱਲਾਂ ਆਪ ਜੀ ਨਾਲ ਸਾਂਝੀਆਂ ਕੀਤੀਆਂ ਹਨ, ਆਓ ਉਹਨਾਂ ਦੇ ਹੁਣ ਜਿਹੜੇ ਲੜੀਵਾਰ ਕੁਝ ਵਿਚਾਰ ਆਪ ਜੀ ਦੇ ਨਾਲ ਸਾਂਝੇ ਕਰਦੇ ਹਾਂ, ਜੋ ਕਿ ਸਿੱਖ ਮਿਸ਼ਨਰੀ ਕਾਲਜ ਦੀ ਜੋ ਕਿਤਾਬ ਹੈ ਭਾਈ ਗੁਰਦਾਸ ਜੀ ਦੇ ਬਾਰੇ, ਉਹਦੇ ਨਾਲ ਸੰਬੰਧਿਤ ਹਨ। ਸਿੱਖਾਂ ਦਾ ਇਤਿਹਾਸ ਤਾਂ ਭਾਵੇਂ ਬਹੁਤ ਥੋੜੇ ਸਮੇਂ ਦਾ ਹੈ, ਪਰ ਇਹ ਕਈ ਮਹਾਂਪੁਰਖਾਂ, ਭਗਤਾਂ, ਸੂਰਮਿਆਂ ਅਤੇ ਵਿਦਵਾਨਾਂ ਨਾਲ ਭਰਿਆ ਹੋਇਆ ਹੈ। ਇਹਨਾਂ ਦੇ ਜੀਵਨ ਪੜ੍ਹ ਕੇ ਅੱਜ ਤੱਕ ਸਿੱਖ ਅਤੇ ਗੈਰ ਸਿੱਖ ਉਤਸ਼ਾਹ ਪ੍ਰਾਪਤ ਕਰਦੇ, ਆਪਣੇ ਜੀਵਨ ਨੂੰ ਸੇਧ ਦਿੰਦੇ ਅਤੇ ਆਪਣੇ ਸੁੱਖਾਂ ਨੂੰ ਤਿਆਗ ਕੇ ਸਮੁੱਚੇ ਮਨੁੱਖੀ ਭਾਈਚਾਰਿਆਂ ਦੀ ਸੇਵਾ ਲਈ ਆਪਣਾ ਜੀਵਨ ਅਰਪਣ ਕਰਦੇ ਰਹੇ ਹਨ। ਅਜਿਹੇ ਮਹਾਨ ਵਿਅਕਤੀਆਂ ਵਿੱਚੋਂ ਜੋ ਭਾਈ ਗੁਰਦਾਸ ਜੀ ਪ੍ਰਮੁੱਖ ਜਿਹੜੇ ਹਨ ਉਹ ਉੱਭਰ ਕੇ ਆਉਂਦੇ ਹਨ। ਉਹਨਾਂ ਦੇ ਧਰਮ ਪ੍ਰਚਾਰ ਦੀ ਸੇਵਾ ਬਾਰੇ ਵੀ ਥੋੜਾ ਜਿਹਾ ਵਿਸਤਾਰ ਨਾਲ ਵਿਚਾਰ ਆਪ ਜੀ ਨਾਲ ਸਾਂਝੇ ਕਰਦੇ ਹਾਂ। ਸ਼ਰਧਾ, ਸੇਵਾ, ਲਗਨ, ਵਿਵੇਕ, ਬੁੱਧੀ ਆਦਿ ਗੁਣਾਂ ਕਰਕੇ ਆਪ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਦੇ ਪਾਤਰ ਬਣੇ ਅਤੇ ਆਪ ਨੂੰ ਸਿੱਖੀ ਦੇ ਪ੍ਰਚਾਰ ਦੀ ਸੇਵਾ ਜਿਹੜੀ ਹੈ ਉਹ ਸੌਂਪੀ ਗਈ। ਤੀਜੇ ਪਾਤਸ਼ਾਹ ਦੇ ਸਮੇਂ ਆਪ ਜੀ ਚੰਬਾ ਅਤੇ ਜੰਮੂ ਵਿਖੇ ਪ੍ਰਚਾਰ ਲਈ ਗਏ। ਇਸੇ ਸਮੇਂ 1574 ਈਸਵੀ ਵਿੱਚ ਤੀਜੇ ਪਾਤਸ਼ਾਹ ਜੋਤੀ ਜੋਤ ਸਮਾ ਗਏ ਅਤੇ ਭਾਈ ਗੁਰਦਾਸ ਜੀ ਇਸ ਪ੍ਰਚਾਰ ਦੌਰੇ ਤੋਂ ਵਾਪਸ ਆ ਕੇ ਗੁਰੂ ਰਾਮਦਾਸ ਮਹਾਰਾਜ ਜੀ ਦੀ ਸੇਵਾ ਵਿੱਚ ਆ ਹਾਜ਼ਰ ਹੋਏ। ਚੌਥੇ ਪਾਤਸ਼ਾਹ ਜੀ ਨੇ ਆਪ ਨੂੰ ਆਗਿਆ ਕੀਤੀ ਕਿ ਜਾਓ, ਆਪ ਜੀ ਪੰਜਾਬ ਤੋਂ ਬਾਹਰ ਵੀ ਜਿਹੜੇ ਜਾ ਕਰਕੇ ਪੂਰਬ ਵੱਲੋਂ ਸਿੱਖੀ ਦਾ ਸੰਭਾਲ ਕਰੋ। ਇੰਜ ਆਪ ਧਰਮ ਪ੍ਰਚਾਰ ਲਈ ਆਪ ਆਗਰੇ ਆਏ ਅਤੇ ਆਪਣੇ ਫਰਜ਼ ਨੂੰ ਬੜੀ ਯੋਗਤਾ ਨਾਲ ਨਿਭਾਇਆ। ਇਸ ਦੌਰਾਨ ਆਪ ਜੀ
ਬੁਰਹਾਨਪੁਰ, ਲਖਨਊ ਅਤੇ ਰਾਜਸਥਾਨ ਦੇ ਕੁਝ ਇਲਾਕਿਆਂ ਵਿੱਚ ਵੀ ਗਏ। ਜਿਸ ਵੇਲੇ ਭਾਈ ਗੁਰਦਾਸ ਜੀ ਆਗਰੇ ਵਿੱਚ ਸਨ ਤਾਂ ਸ੍ਰੀ ਗੁਰੂ ਰਾਮਦਾਸ ਜੀ ਜੋਤੀ ਜੋਤ ਸਮਾ ਗਏ। ਇਹ ਖਬਰ ਸੁਣ ਕੇ ਆਪ ਜੀ ਪੰਜਵੀਂ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਦਰਸ਼ਨਾਂ ਵਾਸਤੇ ਸ੍ਰੀ ਅੰਮ੍ਰਿਤਸਰ ਆਏ। ਇੱਥੇ ਆ ਕੇ ਆਪ ਨੇ ਵੇਖਿਆ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਵੱਡਾ ਭਰਾ ਪ੍ਰਿਥੀ ਚੰਦ ਗੁਰੂ ਧਰੋਹੀ ਬਣਿਆ ਪਿਆ ਹੈ। ਉਸ ਨੂੰ ਇਸ ਗੱਲ ਦੀ ਬੜੀ ਤਕਲੀਫ ਸੀ ਕਿ ਉਹ ਵੱਡੇ ਪੁੱਤਰ ਸਨ ਗੁਰੂ ਰਾਮਦਾਸ ਜੀ ਦੇ, ਉਹਨਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਤੇ ਗੁਰਗੱਦੀ ਜਿਹੜੀ ਹੈ ਉਹ ਉਹਨਾਂ ਦੇ ਛੋਟੇ ਭਰਾ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਬਖਸ਼ਿਸ਼ ਕੀਤੀ ਗਈ ਹੈ। ਉਹ ਅੰਮ੍ਰਿਤਸਰ ਦੀ ਆਮਦਨ ਜ਼ਮੀਨ ਤੇ ਖੂਹਾਂ ਦੀ ਪੈਦਾਵਾਰ, ਸੰਗਤ ਵੱਲੋਂ ਆਇਆ ਹੋਇਆ ਚੜਾਵਾ ਅਤੇ ਲੰਗਰ ਵਾਸਤੇ ਆਈ ਰਸਦ ਆਪ ਸੰਭਾਲੀ ਬੈਠਾ ਸੀ। ਇਸ ਦੇ ਨਾਲ ਹੀ ਉਹ ਇਹ ਚਲਾਕੀ ਵੀ ਖੇਡ ਰਿਹਾ ਸੀ ਕਿ ਆਪਣੇ ਮਸੰਦਾਂ ਰਾਹੀਂ ਸੰਗਤ ਤੋਂ ਚੜਾਵਾ ਤਾਂ ਆਪ ਲੈ ਲੈਂਦਾ ਸੀ, ਪਰ ਪ੍ਰਸ਼ਾਦ ਛਕਣ ਲਈ ਉਹਨਾਂ ਨੂੰ ਗੁਰੂ ਅਰਜਨ ਦੇਵ ਜੀ ਦੇ ਲੰਗਰ ਵਿੱਚ ਭੇਜ ਦਿੰਦਾ ਸੀ। ਗੁਰੂ ਜੀ ਕੋਲ ਜੋ ਕੁਝ ਵੀ ਸੀ ਉਹ ਉਹਨਾਂ ਨੇ ਲੰਗਰ ਵਿੱਚ ਖਰਚ ਕਰ ਦਿੱਤਾ। ਮਾਇਆ ਦੀ ਕਮੀ ਕਰਕੇ ਲੰਗਰ ਮਸਤਾਨਾ ਹੁੰਦਾ ਗਿਆ ਅਤੇ ਲੰਗਰ ਵਿੱਚ ਮਿੱਸੇ ਪ੍ਰਸ਼ਾਦੇ ਵਰਤਣ ਲੱਗੇ। ਕਈ ਵਾਰ ਗੁਰੂ ਜੀ ਅਤੇ ਉਹਨਾਂ ਦਾ ਪਰਿਵਾਰ ਛੋਲੇ ਚੱਪ ਕੇ ਹੀ ਗੁਜ਼ਾਰਾ ਕਰ ਲੈਂਦੇ। ਭਾਈ ਗੁਰਦਾਸ ਜੀ ਤੋਂ ਗੁਰੂ ਘਰ ਦੀ ਇਹ ਹਾਲਾਤ ਨਾ ਦੇਖੀ ਗਈ। ਆਪ ਜੀ ਨੇ ਬਾਬਾ ਬੁੱਢਾ ਜੀ, ਭਾਈ ਸਾਲੋ ਜੀ ਅਤੇ ਭਾਈ ਪੈੜਾ ਜੀ ਆਦਿਕ ਮੁਖੀ ਸਿੱਖਾਂ ਨਾਲ ਸਲਾਹ ਕੀਤੀ ਅਤੇ ਹਾਲਤ ਨੂੰ ਸੁਧਾਰਨ ਦੇ ਯਤਨ ਕੀਤੇ। ਮੁਖੀ ਸਿੱਖਾਂ ਨੂੰ ਸ਼ਹਿਰ ਨੂੰ ਆਉਣ ਵਾਲਿਆਂ ਰਸਤੇ ਉੱਤੇ ਖੜਾ ਕਰ ਦਿੱਤਾ ਗਿਆ, ਜੋ ਆਉਣ ਵਾਲੀਆਂ ਸੰਗਤਾਂ ਨੂੰ ਪ੍ਰਿਥੀ ਚੰਦ ਦੀਆਂ ਚਾਲਾਂ ਤੋਂ ਜਾਣੂ ਕਰਾ ਦਿੰਦੇ। ਭਾਈ ਗੁਰਦਾਸ ਜੀ ਆਪ ਗੁਰਦੁਆਰਾ ਪਿਪਲੀ ਸਾਹਿਬ ਵਾਲੀ ਥਾਂ ਉੱਤੇ ਬੈਠ ਗਏ ਅਤੇ ਸੰਗਤਾਂ ਨੂੰ ਅਸਲੀਅਤ ਸਮਝਾਉਣ ਲੱਗੇ। ਉਹਨਾਂ ਦੇ ਯਤਨਾਂ ਸਦਕਾ ਛੇਤੀ ਹੀ ਸੰਗਤਾਂ ਨੂੰ ਪ੍ਰਿਥੀ ਚੰਦ ਦੀ ਚਲਾਕੀ ਅਤੇ ਬੇਈਮਾਨੀ ਦਾ ਪਤਾ ਲੱਗ ਗਿਆ। ਸੰਗਤਾਂ ਉਸ ਤੋਂ ਨਫ਼ਰਤ ਕਰਨ ਲੱਗ ਪਈਆਂ। ਦਿਨੋਂ ਦਿਨ ਉਸ ਦਾ ਤੇਜ ਘਟਣ ਲੱਗਾ। ਉਹ ਗੁਰੂ ਘਰ ਚੜ੍ਹਦੀਆਂ ਕਲਾ ਵਿੱਚ ਜਾਣ ਲੱਗ ਪਿਆ। ਸੰਗਤਾਂ ਮੁੜ ਕੇ ਗੁਰੂ ਅਰਜਨ ਦੇਵ ਮਹਾਰਾਜ ਦੀ ਚਰਨ ਸ਼ਰਨ ਵਿੱਚ ਆ ਗਈਆਂ। ਗੁਰੂ ਘਰ ਦੀ ਆਰਥਿਕ ਹਾਲਤ ਨੂੰ ਸੰਤੋਖਜਨਕ ਬਣਾਉਣ ਲਈ ਭਾਈ ਗੁਰਦਾਸ ਜੀ ਨੇ ਗੁਰੂ ਅਰਜਨ ਦੇਵ ਜੀ ਤੋਂ ਆਗਿਆ ਲੈ ਕੇ ਸਿੱਖਾਂ ਵਿੱਚ ਦਸਵੰਧ ਦੀ ਫਿਰਦ ਤੋਰੀ। ਇਹ ਨੋਟ ਕਰਨ ਵਾਲੀ ਗੱਲ ਹੈ ਕਿ ਕਈ ਵਾਰੀ ਇਹ ਸਵਾਲ ਵੀ ਹੁੰਦਾ ਹੈ ਕਿ ਦਸਵੰਧ ਦੀ ਪ੍ਰਥਾ ਕਦੋਂ ਸ਼ੁਰੂ ਕੀਤੀ ਗਈ। ਤਾਂ ਆਪ ਸਾਰਿਆਂ ਵਾਸਤੇ ਇਹ ਸੂਚਨਾ ਹੈ ਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਭਾਈ ਗੁਰਦਾਸ ਜੀ ਨੂੰ ਇਹ ਆਗਿਆ ਦਿੱਤੀ ਕਿ ਇਹ ਸਿੰਘਾਂ ਦੇ ਵੀ ਦਸਵੰਧ ਦੀ ਰਸਮ ਜਿਹੜੀ ਹੈ ਫਿਰ ਤੋਰੀ ਜਾਏ। ਦਸਵੰਧ ਦਾ ਭਾਵ ਹੈ ਕੁੱਲ ਆਮਦਨ ਦਾ 10ਵਾਂ ਹਿੱਸਾ। ਇੰਜ ਹਰ ਸਿੱਖ ਲਈ ਇਹ ਲਾਜ਼ਮੀ ਹੋ ਗਿਆ ਕਿ ਉਹ ਆਪਣੀ ਕਿਰਤ ਕਮਾਈ ਵਿੱਚੋਂ 10ਵਾਂ ਹਿੱਸਾ ਗੁਰੂ ਦੀ ਗੋਲਕ ਵਿੱਚ ਪਾਏ ਤੇ ਇਹ ਵੀ ਪ੍ਰਚਲਿਤ ਕੀਤਾ ਕਿ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਹੈ। ਇਹ ਗੋਲਕਾਂ ਮਸੰਦਾਂ ਦੇ ਡੇਰਿਆਂ ਤੇ ਰਹਿੰਦੀਆਂ ਸਨ। ਉਹਨਾਂ ਵਿੱਚ ਇਕੱਠਾ ਹੋਇਆ ਧਨ ਮਸੰਦ ਵਿਸਾਖੀ ਤੇ ਗੁਰੂ ਕੇ ਖਜ਼ਾਨੇ ਵਿੱਚ ਪਹੁੰਚਾ ਦਿਆ ਕਰਦੇ ਸਨ। ਇਸ ਪਰੰਪਰਾ ਦੇ ਚੱਲ ਪੈਣ ਨਾਲ ਸਿੱਖ ਲਹਿਰ ਦਾ ਮਾਇਕ ਸੰਕਟ ਦੂਰ ਹੋ ਗਿਆ ਅਤੇ ਗੁਰਮਤਿ ਦੇ ਪ੍ਰਚਾਰ ਲਈ ਬੇਅੰਤ ਮਾਇਆ ਜਮ੍ਹਾਂ ਹੋ ਗਈ। ਅਸੀਂ ਆਪ ਜੀ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ, ਜਿਹਨੂੰ ਆਦਿ ਬੀੜ ਕਹਿੰਦੇ ਹਨ, ਉਸ ਦੀ ਵੀ ਆਪ ਜੀ ਦੇ ਨਾਲ ਗੱਲ ਕੀਤੀ ਹੈ ਕਿ ਜਦੋਂ ਇੱਕ ਗੁਰੂ ਜੀ ਦੂਜੇ ਗੁਰੂ ਨੂੰ ਗੁਰਤਾ ਗੱਦੀ ਬਖਸ਼ਿਸ਼ ਕਰਦੇ ਸਨ ਤਾਂ ਉਹ ਗੁਰਬਾਣੀ ਦੀਆਂ ਜੋ ਹੱਥ ਲਿਖਤ ਉਹਨਾਂ ਦੀ ਸੈਂਚੀਆਂ ਹੁੰਦੀਆਂ ਸਨ ਉਹ ਵੀ ਅਗਲੇ ਗੁਰੂ ਸਾਹਿਬਾਨ ਨੂੰ ਗੁਰੂ ਥਾਪਣ ਵੇਲੇ ਨਤਮਸਤਕ ਹੋ ਕਰਕੇ ਅਰਪਣ ਕਰਦੇ ਸਨ। ਜਿਵੇਂ ਕਿ ਪੁਰਾਤਨ ਜਨਮ ਸਾਖੀ ਵਿੱਚ ਲਿਖਿਆ ਹੈ, ਤਿਤ ਮੈਲ ਜੋ ਸ਼ਬਦ ਹੋਆ ਸੋ ਪੋਥੀ ਗੁਰ ਅੰਗਦ ਜੋਗ ਮਿਲੀ। तो गुरु नानक पातशाह जी ने जिस वेले अपनी गुरता गद्दी जिहड़ी है भाई गुरदास भाई लैणा जी नूं अर्पण कीती ते गुरु अंगद बनाया, उस वेले अपनी लिखी हुई रचना और जो उन्होंने भगतां तो एकत्र की हुई रचना सी वो सारी ही गुरु अंगद देव पातशाह जी नूं भेटा कीती। तो इस गल का संकेत पुरातन जन्म साखी तो मैं आप जी दे नाल साझा कीता है। इस तरह पहले 4 पातशाहियां दी बाणी श्री गुरु अर्जन देव जी पास पहुंच गई। गुरु नानक देव जी के यत्नां सदका 15 भगतां दी बाणी भी एकत्र की जा चुकी सी। गुरु अर्जन देव पातशाह ने आप भी बाणी उचारी। श्री गुरु ग्रंथ साहिब की सब तो ज्यादा बाणी गुरु अर्जन देव पातशाह दी है। इस विच 11 पटां अते 3 गुरसिखां दी बाणी भी शामिल की है।
ਸੋ ਬਾਣੀ ਦੇ ਇਸ ਭੰਡਾਰ ਨੂੰ ਆਪ ਜੀ ਨੇ ਰਾਗਾਂ ਅਨੁਸਾਰ ਤਰਤੀਬ ਦੇ ਕੇ ਸੰਪਾਦਨ ਕਰਨ ਦੀ ਵੀ ਜਿਹੜੀ ਹੈ ਤਰਤੀਬ ਬਣਾਈ। ਇਸ ਪਵਿੱਤਰ ਕੰਮ ਲਈ ਆਪ ਜੀ ਨੇ ਭਾਈ ਗੁਰਦਾਸ ਜੀ ਦੀ ਸੇਵਾ ਲਈ। ਭਾਈ ਸਾਹਿਬ ਨੇ ਗੁਰੂ ਜੀ ਦੀ ਨਿਗਰਾਨੀ ਹੇਠ ਬਾਣੀ ਦਾ ਸੰਪਾਦਨ ਦਾ ਕੰਮ ਕੀਤਾ ਅਤੇ ਮਹਾਨ ਸੇਵਾ ਨਿਭਾਈ। ਇਸ ਤਰ੍ਹਾਂ ਬਾਣੀ ਨੇ ਗੁਰੂ ਮਾਰਗ ਗ੍ਰੰਥ ਸਾਹਿਬ ਦਾ ਰੂਪ ਧਾਰਨ ਕੀਤਾ, ਜਿਸ ਦਾ ਪਹਿਲਾ ਪ੍ਰਕਾਸ਼ ਭਾਦਰੋਂ ਸੁਦੀ 1 ਸੰਮਤ 1661 ਸਨ 1604 ਈਸਵੀ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਤਾ ਗਿਆ ਤੇ ਬਾਬਾ ਬੁੱਢਾ ਜੀ ਨੂੰ ਪਹਿਲਾ ਗ੍ਰੰਥੀ ਜਿਹੜਾ ਹੈ ਉਹ ਨਿਯੁਕਤ ਕੀਤਾ ਗਿਆ। ਤਵਾਰੀਖ ਗੁਰੂ ਖਾਲਸਾ ਵਿੱਚ ਇਹ ਲਿਖਿਆ ਹੋਇਆ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਆਦਿ ਬੀੜ ਦੀ ਤਿਆਰੀ ਹੋਣ ਮਗਰੋਂ ਜਦੋਂ ਅਕਬਰ ਸੰਮਤ 1662 ਸਨ 1605 ਈਸਵੀ ਵਿੱਚ ਬਟਾਲੇ ਆਇਆ ਤਾਂ ਉਸ ਅੱਗੇ ਸ਼ਿਕਾਇਤ ਕੀਤੀ ਗਈ ਕਿ ਗੁਰੂ ਅਰਜਨ ਦੇਵ ਜੀ ਦੁਆਰਾ ਸੰਕਲਿਤ ਗ੍ਰੰਥ ਵਿੱਚ ਇਸਲਾਮ ਅਤੇ ਮੁਹੰਮਦ ਸਾਹਿਬ ਦੀ ਤੋਹੀਨ ਕੀਤੀ ਗਈ ਹੈ। ਅਕਬਰ ਦੇ ਕਹਿਣ ਉਤੇ ਭਾਈ ਸਾਹਿਬ ਅਤੇ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ ਅਤੇ ਬਾਬਾ ਬੁੱਢਾ ਜੀ ਆਦਿ ਬੀੜ ਦੀ ਪੋਥੀ ਲੈ ਕੇ ਬਟਾਲੇ ਆਏ। ਅਕਬਰ ਨੇ ਭਾਈ ਗੁਰਦਾਸ ਜੀ ਨੂੰ ਬਾਣੀ ਸੁਣਾਉਣ ਲਈ ਕਿਹਾ। ਜਦ ਆਪ ਪਾਠ ਕਰਨ ਲਗੇ ਤਾਂ ਪਹਿਲਾ ਸ਼ਬਦ ਆਇਆ, ਖਾਕ ਨੂਰ ਕਰਦਮ ਆਲਮ ਦੁਨੀਆਏ। ਚੁਗਲਖੋਰਾਂ ਦੇ ਇਤਰਾਜ਼ ਕਰਨ ਉਤੇ ਭਾਈ ਸਾਹਿਬ ਨੇ ਆਦਿ ਬੀੜ ਵਿੱਚੋਂ ਕੁਝ ਹੋਰ ਸ਼ਬਦ ਵੀ ਪੜ੍ਹੇ ਅਤੇ ਉਹਨਾਂ ਦੀ ਵਿਆਖਿਆ ਕੀਤੀ, ਜਿਸ ਨੂੰ ਸੁਣ ਕੇ ਅਕਬਰ ਦੀ ਤਸੱਲੀ ਹੋਈ ਅਤੇ ਉਸਨੇ ਆਦਿ ਗ੍ਰੰਥ ਸਾਹਿਬ ਨੂੰ 51 ਮੋਹਰਾਂ ਭੇਟ ਕਰਕੇ ਸੀਸ ਨਵਾਇਆ ਅਤੇ ਭਾਈ ਗੁਰਦਾਸ ਜੀ ਅਤੇ ਹੋਰ ਮੁਖੀ ਸਿੱਖਾਂ ਨੂੰ ਵੀ ਜਿਹੜਾ ਹੈ ਸਨਮਾਨਿਤ ਕੀਤਾ ਔਰ ਦੁਸ਼ਾਲੇ ਭੇਟ ਕੀਤੇ। ਅਕਬਰ ਮਗਰੋਂ ਜਹਾਂਗੀਰ ਤਖਤ ਉੱਤੇ ਬੈਠਾ ਜਾਤ ਵਿਭਾਨੀ ਪੰਡਤਾਂ ਅਤੇ ਕੱਟੜ ਮੁਸਲਮਾਨਾਂ ਦਾ ਸਿਖਾਇਆ ਹੋਇਆ ਉਹ ਗੁਰੂ ਘਰ ਤੋਂ ਨਫ਼ਰਤ ਕਰਨ ਲੱਗ ਪਿਆ। ਇਸ ਨਫ਼ਰਤ ਦਾ ਅੰਤ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਰੂਪ ਵਿੱਚ ਹੋਇਆ। ਭਾਈ ਗੁਰਦਾਸ ਜੀ ਨੇ ਸ਼ਹੀਦੀ ਦੀ ਅਤ ਦੁਖਦਾਈ ਘਟਨਾ ਨੂੰ ਆਪ ਵੇਖਿਆ, ਪਰ ਇਸ ਬਾਰੇ ਉਹਨਾਂ ਦੀ ਬਾਣੀ ਵਿੱਚੋਂ ਕੋਈ ਸਪਸ਼ਟ ਉਲੇਖ ਨਹੀਂ ਮਿਲਦਾ। ਹਾਂ, ਹੇਠ ਲਿਖੀ ਪੌੜੀ ਵਿੱਚ ਭਾਈ ਸਾਹਿਬ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਅਜਰ, ਅਡੋਲ ਅਤੇ ਚੜ੍ਹਦੀ ਕਲਾ ਵਿੱਚ ਰਹਿ ਕੇ ਜਰ ਜਾਣ ਵਾਲੀ ਅਵਸਥਾ ਦਾ ਬੜਾ ਹੀ ਸਾਰਥਕ ਬਿਆਨ ਕੀਤਾ ਹੈ। ਆਓ ਸਰਵਣ ਕਰੀਏ। ਇਹ ਵਾਰ 24 ਦੀ ਪੌੜੀ 23 ਹੈ। ਰਹਿੰਦੇ ਗੁਰ ਦਰਿਆਓ ਵਿੱਚ ਮੀਨ ਕੁਲੀਨ ਹੇਤ ਨਿਰਵਾਣੀ। ਦਰਸ਼ਨ ਦੇਖ ਪਤੰਗ ਜੋ ਜੋਤੀ ਅੰਦਰ ਜੋਤ ਸਮਾਣੀ। ਸ਼ਬਦ ਸੁਰਤ ਲਿਵ ਮਿਰਗ ਜੋ ਢੀੜ ਪਈ ਚਿਤ ਅਵਰ ਨਾ ਆਣੀ। ਚਰਨ ਕਮਲ ਮਿਲ ਭੰਵਰ ਜੋ ਸੁਖ ਸੰਪਟ ਵਿੱਚ ਰਹਿਣ ਵਿਹਾਣੀ। ਗੁਰ ਉਪਦੇਸ਼ ਨਾ ਵਿਸਰੈ ਬਾ ਬੀਹੇ ਜੋ ਆਖ ਵਖਾਣੀ। ਗੁਰਮੁਖ ਸੁਖ ਫਲ ਪਿਰਮ ਰਸ ਸਹਿਜ ਸਮਾਦ ਸਾਧ ਰੰਗ ਜਾਣੀ। ਗੁਰੂ ਅਰਜਨ ਵਿਟੋ ਕੁਰਬਾਨੀ। ਗੁਰਮੁਖ ਸੁਖ ਫਲ ਪਿਰਮ ਰਸ ਸਹਿਜ ਸਮਾਦ ਸਾਧ ਸੰਗ ਜਾਣੀ। ਗੁਰੂ ਅਰਜਨ ਵਿਟੋ ਕੁਰਬਾਨੀ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਵਿੱਚ ਵੀ ਸ਼ਹੀਦੀ ਤੋਂ ਪਹਿਲਾਂ ਹੀ ਗੁਰੂ ਅਰਜਨ ਦੇਵ ਜੀ ਨੇ ਸਿੱਖ ਲਹਿਰ ਦੀ ਵਾਗਡੋਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸੌਂਪ ਦਿੱਤੀ ਸੀ। ਆਪ ਜੀ ਦੀ ਗੁਰਿਆਈ ਦੇ ਮੁੱਢਲੇ ਸਮੇਂ ਵਿੱਚ ਗੁਰੂ ਘਰ ਦਾ ਕੰਮਕਾਰ ਜ਼ਿਆਦਾਤਰ ਭਾਈ ਗੁਰਦਾਸ ਜੀ ਅਤੇ ਬਾਬਾ ਬੁੱਢਾ ਜੀ ਨਿਭਾਉਂਦੇ ਸਨ। ਗੁਰਬਲਾਦ ਪਾਤਸ਼ਾਹੀ 6ਵੀਂ ਦੇ ਅਨੁਸਾਰ ਅਕਾਲ ਬੁੰਗੇ ਦੀ ਉਸਾਰੀ, ਜਿਸ ਨੂੰ ਬਾਅਦ ਵਿੱਚ ਅਕਾਲ ਤਖਤ ਦਾ ਨਾਂ ਦਿੱਤਾ ਗਿਆ, ਭਾਈ ਗੁਰਦਾਸ ਜੀ ਨੂੰ ਉਸ ਦਾ ਪਹਿਲਾ ਸੇਵਾਦਾਰ ਥਾਪਿਆ ਗਿਆ। ਔਰ ਇਹ ਵੀ ਵਰਣਨ ਆਉਂਦਾ ਹੈ ਕਿ ਉਸ ਅਕਾਲ ਬੁੰਗੇ ਦੀ ਬਣਾਉਣ ਦੇ ਵਿੱਚ ਵੀ ਭਾਈ ਗੁਰਦਾਸ ਜੀ ਔਰ ਬਾਬਾ ਬੁੱਢਾ ਜੀ ਨੇ ਹਿੱਸਾ ਪਾਇਆ। ਔਰ ਵਰਣਨ ਆਉਂਦਾ ਹੈ ਕਿ ਕੋਈ ਮਿਸਤਰੀ ਨਾ ਲਗਾਇਓ, ਬੁੱਢਾ ਔਰ ਗੁਰਦਾਸ ਬਣਾਇਓ। ਜਦੋਂ 6ਵੇਂ ਪਾਤਸ਼ਾਹ ਦਿੱਲੀ ਆਏ ਤਾਂ ਗੁਰਗੱਦੀ ਦਾ ਸਾਰਾ ਕੰਮਕਾਰ ਮਾਤਾ ਜੀ ਦੀ ਅਗਵਾਈ ਹੇਠ ਭਾਈ ਗੁਰਦਾਸ ਜੀ ਅਤੇ ਬਾਬਾ ਬੁੱਢਾ ਜੀ ਨੂੰ ਸੌਂਪ ਆਏ। ਜਦੋਂ ਗੁਰੂ ਹਰਗੋਬਿੰਦ ਸਾਹਿਬ ਦਿੱਲੀ ਗਏ ਤਾਂ ਜਹਾਂਗੀਰ ਨੇ ਉਹਨਾਂ ਦਾ ਬਹੁਤ ਸਵਾਗਤ ਕੀਤਾ। ਉਹ ਗੁਰੂ ਜੀ ਨੂੰ ਆਪਣੇ ਨਾਲ ਆਗਰੇ ਲੈ ਗਿਆ। ਉਹਨਾਂ ਨੂੰ ਆਗਰੇ ਤੋਂ ਕੈਦ ਕਰਕੇ ਗਵਾਲੀਅਰ ਦੇ ਕਿਲੇ ਵਿੱਚ ਬੰਦ ਕੀਤਾ ਗਿਆ ਤਾਂ ਰਾਮਦਾਸਪੁਰ ਅੰਮ੍ਰਿਤਸਰ ਤੋਂ ਭਾਈ ਗੁਰਦਾਸ ਜੀ ਦੀ ਅਗਵਾਈ ਵਿੱਚ ਕੁਝ ਸਿੱਖਾਂ ਨੂੰ ਅਸਲੀਅਤ ਜਾਣਨ ਲਈ ਭੇਜਿਆ ਗਿਆ। ਦਿੱਲੀ ਤੋਂ ਪੁੱਛ ਪੜਤਾਲ ਕਰਕੇ ਭਾਈ ਗੁਰਦਾਸ ਜੀ ਗਵਾਲੀਅਰ ਪਹੁੰਚੇ ਅਤੇ ਗੁਰੂ ਜੀ ਦੇ ਸ਼ਰਧਾਲੂ ਬਣ ਚੁੱਕੇ ਕਿਲੇਦਾਰ ਹਰਦਾਸ ਦੇ ਰਾਹੀਂ ਗੁਰੂ ਜੀ ਦੇ ਦਰਸ਼ਨ ਕੀਤੇ। ਗੁਰੂ ਜੀ ਨਾਲ ਜ਼ਰੂਰੀ ਵਿਚਾਰਾ ਕਰਨ ਮਗਰੋਂ ਆਪ ਰਾਮਦਾਸਪੁਰ ਅੰਮ੍ਰਿਤਸਰ ਆਏ। ਉੱਥੇ ਰਹਿ ਕੇ ਆਪਣਾ ਫਰਜ਼ ਨਿਭਾਉਂਦੇ ਰਹੇ।
ਗਵਾਲੀਅਰ ਤੋਂ ਵਾਪਸ ਆ ਕੇ ਗੁਰੂ ਜੀ ਕੁਝ ਸਮਾਂ ਰਾਮਦਾਸਪੁਰ ਰਹੇ, ਫਿਰ ਗੁਰਮਤਿ ਦੇ ਪ੍ਰਚਾਰ ਲਈ ਪਹਿਲਾਂ ਨਾਨਕਮਤੇ ਤੇ ਫਿਰ ਕਸ਼ਮੀਰ ਗਏ। ਇਹਨਾਂ ਦੋਹਾਂ ਮੌਕਿਆਂ ਤੇ ਵੀ ਗੁਰੂ ਜੀ ਦੀ ਗੈਰ ਹਾਜ਼ਰੀ ਵਿੱਚ ਭਾਈ ਗੁਰਦਾਸ ਜੀ ਹੀ ਸਾਰਾ ਕੰਮਕਾਰ ਚਲਾਉਂਦੇ ਰਹੇ। ਮੁਖਲਿਸ ਖਾਨ ਨੂੰ ਯੁੱਧ ਵਿੱਚ ਹਾਰ ਦੇ ਕੇ ਅਤੇ ਬੀਬੀ ਵੀਰੋ ਜੀ ਦਾ ਵਿਆਹ ਕਰਨ ਉਪਰੰਤ ਗੁਰੂ ਜੀ ਕਰਤਾਰਪੁਰ ਨੂੰ ਚਲੇ ਗਏ। ਪਿੱਛੇ ਅੰਮ੍ਰਿਤਸਰ ਦੀ ਸੇਵਾ ਭਾਈ ਗੁਰਦਾਸ ਜੀ ਨੇ ਹੀ ਸੰਭਾਲੀ। ਜਦੋਂ ਗੁਰੂ ਜੀ ਨੇ ਹਰਗੋਬਿੰਦਪੁਰ ਵਸਾਇਆ ਤਾਂ ਭਾਈ ਗੁਰਦਾਸ ਜੀ ਉੱਥੇ ਆ ਕੇ ਸਿੱਖ ਸੰਗਤਾਂ ਦੀ ਸੇਵਾ ਕਰਨ ਲੱਗ ਪਏ। ਇੱਥੇ ਹੀ ਬਟਾਲੇ ਤੋਂ ਨਿਤਿਆਨੰਦ ਰਾਮ ਦਾ ਕਰਮਕਾਂਡੀ ਪੰਡਿਤ ਆਇਆ। ਉਸਨੇ ਸਿੱਖਾਂ ਨੂੰ ਵੀ ਆਪਣੇ ਭਰਮ ਜਾਲ ਵਿੱਚ ਭਰਮਾਉਣਾ ਚਾਹਿਆ, ਪਰ ਭਾਈ ਗੁਰਦਾਸ ਜੀ ਨੇ ਉਸ ਨੂੰ ਫੋਕਟ ਕਰਮ ਤਿਆਗਣ ਦਾ ਉਪਦੇਸ਼ ਦੇ ਕੇ ਫਜ਼ੂਲ ਦੇ ਕਰਮਕਾਂਡਾਂ ਤੋਂ ਛੁਡਾਇਆ ਅਤੇ ਗੁਰਮਤਿ ਦੀ ਸੋਝੀ ਕਰਵਾਈ। ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਵੀ ਆਪ ਜੀ ਕਾਂਸ਼ੀ ਆਦਿਕ ਵੱਲ ਧਰਮ ਪ੍ਰਚਾਰ ਲਈ ਗਏ। ਪੂਰਬ ਦੇ ਲੋਕਾਂ ਨੂੰ ਉਹਨਾਂ ਦੀ ਬੋਲੀ ਬ੍ਰਜ ਭਾਸ਼ਾ ਵਿੱਚ ਗੁਰਮਤਿ ਸਮਝਾਈ। ਗੁਰੂ ਜੀ ਭਾਈ ਸਾਹਿਬ ਦੀ ਇਸ ਸੇਵਾ ਤੋਂ ਬਹੁਤ ਖੁਸ਼ ਹੋਏ। ਕਾਂਸ਼ੀ ਤੋਂ ਵਾਪਸ ਆ ਕੇ ਭਾਈ ਸਾਹਿਬ ਅੰਮ੍ਰਿਤਸਰ ਵਿਖੇ ਰਹੇ। ਜਦੋਂ ਕਦੇ ਗੁਰੂ ਜੀ ਧਰਮ ਪ੍ਰਚਾਰ ਲਈ ਬਾਹਰ ਜਾਂਦੇ ਤਾਂ ਭਾਈ ਗੁਰਦਾਸ ਜੀ ਵੀ ਅਕਸਰ ਉਹਨਾਂ ਦੇ ਨਾਲ ਹੀ ਜਾਂਦੇ। ਇਹਨਾਂ ਥਾਵਾਂ ਵਿੱਚ ਬਾਸਰ ਕੇ, ਤਰਨ ਤਾਰਨ ਅਤੇ ਚਾਹਲਾਂ ਆਦਿ ਪ੍ਰਸਿੱਧ ਹਨ। ਗੁਰੂ ਜੀ ਨੇ ਭਾਈ ਗੁਰਦਾਸ ਜੀ ਦੀਆਂ ਸੇਵਾਵਾਂ ਨੂੰ ਮੁੱਖ ਰੱਖ ਕੇ ਕਿਹਾ ਸੀ ਕਿ ਮੋਹੇ ਮੰਡਲ ਮੈਂ ਜਸ ਵਿਸਥਾਰਾ, ਪਾਏ ਪਰਮਗਤ ਪੰਥ ਪਧਾਰਾ, ਚਿਰੰਕਾਲ ਤੇਰੋ ਰਹੋ ਨਾਮ, ਜਾਣੇ ਗੁਰਪੰਥ ਅਬਰਾਮ। ਤੋਂ ਭਾਈ ਗੁਰਦਾਸ ਜੀ ਦੀ ਜਿਹੜਾ ਅੰਤਮ ਸਮਾਂ ਹੈ ਉਸ ਦੀ ਆਪ ਜੀ ਨਾਲ ਸਾਂਝੀ ਕਰਦਾ ਹਾਂ ਕਿ ਸੰਮਤ 1694 ਵਿੱਚ ਆਪ ਗੁਰੂ ਜੀ ਨਾਲ ਗੋਇੰਦਵਾਲ ਗਏ ਹੋਏ ਸਨ। ਉੱਥੇ ਇੱਕ ਦਿਨ ਅੰਮ੍ਰਿਤ ਵੇਲੇ ਦੇ ਨਿਤਨੇਮ ਦੇ ਮਗਰੋਂ ਆਪ ਜੀ ਨੇ ਗੁਰੂ ਜੀ ਦੀ ਹਜ਼ੂਰੀ ਵਿੱਚ ਸਰੀਰਕ ਚੋਲਾ ਤਿਆਗ ਦਿੱਤਾ। ਗੁਰੂ ਜੀ ਨੇ ਆਪ ਭਾਈ ਸਾਹਿਬ ਜੀ ਦਾ ਸੰਸਕਾਰ ਕੀਤਾ। ਭਾਈ ਕਾਹਨ ਸਿੰਘ ਜੀ ਨਾਭਾ ਦੇ ਅਨੁਸਾਰ ਉਸ ਦਿਨ 1694 ਸੰਮਤ ਤੇ ਭਾਦੋਂ ਸੁਦੀ 8 ਸੀ, ਈਸਵੀ ਸਨ 1637 ਸੀ। ਭਾਈ ਗੁਰਦਾਸ ਜੀ ਦੀ ਜੋ ਮੈਂ ਆਪ ਜੀ ਨਾਲ ਸਾਂਝੀ ਕੀਤੀ ਹੈ ਕਿ ਗੁਰਪ੍ਰਤਾਪ ਸੂਰਜ ਰਾਤ 7ਵੀਂ ਅੰਸੂ 14 ਦੇ ਵਿੱਚ ਇਹ ਵਰਣਨ ਹੈ। ਭਾਈ ਗੁਰਦਾਸ ਜੀ ਦੀ ਸ਼ਖਸੀਅਤ ਤੇ ਝਾਤ ਮਾਰੀਏ ਤਾਂ ਭਾਈ ਗੁਰਦਾਸ ਜੀ ਇੱਕ ਮਹਾਨ ਸ਼ਖਸੀਅਤ ਦੇ ਮਾਲਕ ਸਨ। ਆਪ ਸੱਚੇ ਸੁੱਚੇ ਗੁਰਸਿੱਖ ਅਤੇ ਗੁਰਮਤਿ ਦੇ ਪਹਿਲੇ ਵਿਆਖਿਆਕਾਰ ਹੋਏ ਹਨ। ਉਹਨਾਂ ਦੀ ਕਥਨੀ ਅਤੇ ਕਰਨੀ ਇੱਕੋ ਜਿਹੀ ਸੀ। ਜਿਵੇਂ ਹੰਸ ਪਾਣੀ ਅਤੇ ਦੁੱਧ ਦਾ ਨਿਤਾਰਾ ਕਰ ਲੈਂਦਾ ਹੈ, ਉਵੇਂ ਭਾਈ ਸਾਹਿਬ ਜੀ ਗੁਰਮਤਿ ਅਤੇ ਮਨਮੁੱਧ ਦਾ ਨਿਤਾਰਾ ਕਰ ਲੈਂਦੇ ਸਨ। ਭਾਈ ਸਾਹਿਬ ਦੀ ਨੁਹਾਰ ਬਚਪਨ ਤੋਂ ਹੀ ਪ੍ਰਭਾਵਸ਼ਾਲੀ, ਅਲੌਕਿਕ ਤੇ ਮਨਮੋਹਣੀ ਸੀ। ਜਿਸਮ ਗਠੀਲਾ ਅਤੇ ਚੁਸਤ ਸੀ। ਭਾਈ ਸਾਹਿਬ ਦਾ ਸੁਭਾਅ ਆਪ ਦੀ ਰਚਨਾ ਵਿੱਚੋਂ ਜ਼ਾਹਰ ਹੋ ਜਾਂਦਾ ਹੈ। ਜਿੱਥੇ ਆਪ ਜੀ ਵਿੱਚ ਨਿਮਰਤਾ ਸੀ, ਉੱਥੇ ਆਪਣੇ ਵਿਚਾਰਾਂ ਵਿੱਚ ਦ੍ਰਿੜਤਾ ਵੀ ਸੀ। ਇੱਕ ਪੂਰਨ ਗੁਰਸਿੱਖ ਵਾਲੇ ਸਾਰੇ ਗੁਣ ਭਾਈ ਗੁਰਦਾਸ ਜੀ ਵੀ ਸਨ। ਭਾਈ ਸਾਹਿਬ ਜੀ 7 ਬੋਲੀਆਂ ਦੇ ਮਾਹਰ ਸਨ। ਉਹ ਜਮਾਂਦਰੂ ਕਵੀ ਸਨ ਅਤੇ ਤੀਖਣ ਬੁੱਧੀ ਦੇ ਮਾਲਕ ਸਨ। ਭਾਈ ਗੁਰਦਾਸ ਜੀ ਇੱਕ ਬਹੁਪੱਖੀ ਜਿਹੜੇ ਗਿਆਨ ਦੇ ਪੁੰਜ ਸਨ। ਇਹ ਗੱਲ ਉਹਨਾਂ ਦੀਆਂ ਰਚਨਾਵਾਂ ਤੋਂ ਭਲੀ ਭਾਂਤ ਉਘੜਦੀ ਹੈ। ਆਪ ਦੀਆਂ ਵਾਰਾਂ ਪੜ੍ਹਨ ਤੋਂ ਪਤਾ ਲੱਗਦਾ ਹੈ ਕਿ ਆਪ ਨੂੰ ਵੇਦਾਂ, ਸ਼ਾਸਤਰਾਂ ਅਤੇ ਪੁਰਾਣਾਂ ਦੀ ਡੂੰਘੀ ਵਾਕਫੀਅਤ ਸੀ। ਇਖਲਾਕੀ ਇਲਮ ਦੀ ਜਾਣਕਾਰੀ, ਇਤਿਹਾਸ ਦੀ ਸਮਝ, ਭੂਗੋਲ ਦਾ ਗਿਆਨ ਅਤੇ ਮਨੋਵਿਗਿਆਨਕ ਬਰੀਕ ਸੂਝ ਸੀ। ਵਕਤੀ ਕਦਰਾਂ ਕੀਮਤਾਂ ਤੋਂ ਵੀ ਉਹ ਅਭਿੱਜ ਨਹੀਂ ਸਨ। ਕਾਵਿ ਦੇ ਵਿਧਾਨਕ ਪੱਖ ਦੀਆਂ ਬਰੀਕੀਆਂ ਨੂੰ ਉਹ ਜਾਣਦੇ ਸਨ। ਜਿਸ ਸੁਚੱਜੀ ਗੋਂਦ ਨਾਲ ਉਹਨਾਂ ਨੇ ਪਹਿਲੀ ਵਾਰ ਲਿਖੀ ਅਤੇ ਗੁਰੂ ਨਾਨਕ ਪਾਤਸ਼ਾਹ ਦੀ ਆਗਮਨ ਦੀ ਲੋੜ ਨੂੰ ਮਹਿਸੂਸ ਕਰਵਾ ਕੇ ਵਿਸ਼ਵ ਮੰਚ ਉੱਤੇ ਗੁਰੂ ਨਾਨਕ ਪਾਤਸ਼ਾਹ ਵਰਗੇ ਜਨ ਨੇਤਾ ਨੂੰ ਪੇਸ਼ ਕੀਤਾ, ਇਸ ਤਰ੍ਹਾਂ ਦੇ ਉਦਾਹਰਣ ਕਾਵਿ ਸਾਹਿਤ ਵਿੱਚ ਬਹੁਤ ਘੱਟ ਮਿਲਦੇ ਹਨ। ਭਾਈ ਗੁਰਦਾਸ ਜੀ ਦੇ ਬਹੁਪੱਖੀ ਗਿਆਨ ਦੀ ਪਿਟਾਰੀ ਉਦੋਂ ਖੁੱਲ੍ਹਦੀ ਹੈ ਜਦੋਂ ਉਹ ਦ੍ਰਿਸ਼ਟਾਂਤ ਦੀ ਝੜੀ ਲਾ ਦਿੰਦੇ ਹਨ। ਇਹੋ ਹੀ ਕਾਰਨ ਹੈ ਕਿ ਪਾਠਕ ਔਖੀ ਗੱਲ ਨੂੰ ਵੀ ਸਹਿਜੇ ਹੀ ਸਮਝ ਜਾਂਦੇ ਹਨ। ਉਸ ਦੀ ਜ਼ੁਬਾਨ ਵਿੱਚੋਂ ਆਪ ਮੁਹਾਰੇ ਹੀ ਨਿਕਲ ਪੈਂਦਾ ਹੈ, ਧੰਨ ਭਾਈ ਗੁਰਦਾਸ, ਧੰਨ ਤੇਰਾ ਗਿਆਨ। ਉਹਨਾਂ ਦੇ ਵਿਸ਼ਾਲ ਗਿਆਨ ਨੂੰ ਵੇਖਣ ਲਈ ਇੱਕ ਮਿਸਾਲ ਮੈਂ ਆਪ ਜੀ ਸਾਹਮਣੇ ਪੇਸ਼ ਕਰਦਾ ਹਾਂ। ਮੂਰਖ ਆਪਣੀ ਮੂਰਖਤਾ ਕਰਕੇ ਕਿਵੇਂ ਫਸ ਜਾਂਦਾ ਹੈ, ਇਸ ਗੱਲ ਨੂੰ ਭਾਈ ਜੀ ਨੇ ਹੇਠ ਲਿਖੀ ਪੌੜੀ ਅੰਦਰ ਅਨੇਕਾਂ ਦ੍ਰਿਸ਼ਟਾਂਤਾਂ ਨਾਲ ਸਮਝਾਇਆ ਹੈ। ਵਾਰ 32ਵੀਂ, ਪੌੜੀ 11ਵੀਂ। ਤੋਤਾ ਨਲੀ ਨਾ ਛੱਡਈ,
ਆਪਣ ਹੱਥੀਂ ਫਾਥਾ ਚੀਕੈ। ਬਾਂਦਰ ਮੁੱਠ ਨਾ ਛੱਡਈ, ਘਰ ਘਰ ਨੱਚੈ ਝੀਕਣ ਝੀਕੈ। ਗਦੋਂ ਅੜੀ ਨਾ ਛੱਡਈ, ਚੀਂਗੀ ਪਾਉਂਦੀ ਹੀਕਣ ਹੀਕੈ। ਕੁੱਤੇ ਚੱਕੀ ਚਟਣੀ, ਪੂਛ ਨਾ ਸਿੱਧੀ ਧਰੀਕਣ ਧਰੀਕੈ। ਕਰਨ ਕੁਫੱਕੜ ਮੂਰਖਾਂ, ਸੱਪ ਗਏ ਫੜ ਪਾਟਣ ਲੀਕੈ। ਪੱਗ ਲੋਹਾਏ ਗਿਣਾਏ ਸਰੀਕੈ। ਭਾਈ ਸਾਹਿਬ ਇੱਕ ਤੀਖਣ ਸੋਚਵਾਨ ਸਨ ਅਤੇ ਅਪਾਰ ਕਲਪਨਾ ਸ਼ਕਤੀ ਦੇ ਮਾਲਕ। ਉਹਨਾਂ ਕੋਲ ਅਮੁੱਕ ਸ਼ਬਦ ਦਾ ਭੰਡਾਰ ਸੀ, ਜਿਸ ਦੀ ਸਹਾਇਤਾ ਨਾਲ ਉਹ ਇੱਕੋ ਗੱਲ ਨੂੰ ਕਈ ਤਰ੍ਹਾਂ ਨਾਲ ਕਹਿ ਸਕਦੇ ਸਨ। ਉਹ ਹਰ ਵਸਤੂ ਜਾਂ ਤੱਥ ਦਾ ਚੌਤਰਫੀ ਪਰੀਖਣ ਕਰਕੇ ਆਪਣਾ ਮਤ ਪ੍ਰਗਟ ਕਰਦੇ ਸਨ। ਜਿਹੜੀ ਗੱਲ ਉਹਨਾਂ ਦੇ ਖਿਆਲ ਵਿੱਚ ਆ ਜਾਂਦੀ, ਉਹ ਆਪਣਾ ਕੋਈ ਪੱਖ ਵੀ ਇਸ ਪਾਰਦਰਸ਼ੀ ਸੂਝਵਾਨ ਤੋਂ ਗੁੱਝਾ ਨਾ ਰੱਖ ਸਕਦੀ। ਉਹ ਇੱਕੋ ਨੁਕਤੇ ਦੀ ਅਦਾਇਗੀ ਕਈ ਢੰਗਾਂ ਨਾਲ ਕਰਦੇ ਸਨ। ਜਿਵੇਂ ਮੀਨੇ ਮਨੁੱਖ ਤੇ ਮੂੜਾਂ ਦੀ ਕਾਰਗੁਜ਼ਾਰੀ ਕਈ ਢੰਗਾਂ ਨਾਲ ਦੱਸੀ। ਭਾਈ ਸਾਹਿਬ ਦੀ ਸੂਝ ਦਾ ਇੱਕ ਪੱਖ ਇੱਕੋ ਵਸਤੂ ਦੇ ਉਪਮਾਨ ਜਾਂ ਦ੍ਰਿਸ਼ਟਾਂਤ ਵਿਧਾਨ ਦੁਆਰਾ ਵੱਖ-ਵੱਖ ਪ੍ਰਸੰਗਾਂ ਵਿੱਚ ਵੱਖ-ਵੱਖ ਸਿੱਟੇ ਕੱਢਣ ਵਿੱਚ ਵੇਖਿਆ ਜਾ ਸਕਦਾ ਹੈ। ਤਿਲ, ਕਪਾਹ, ਅੱਕ, ਵੜੇਵਾਂ, ਜਲ ਆਦਿ ਕੁਝ ਅਜਿਹੀਆਂ ਹੀ ਵਸਤੂਆਂ ਹਨ। ਇਹਨਾਂ ਉਦਾਹਰਨਾਂ ਤੋਂ ਇਹ ਭਲੀ ਭਾਂਤ ਸਪਸ਼ਟ ਹੈ ਕਿ ਭਾਈ ਸਾਹਿਬ ਦੀ ਨੀਝ ਇੱਕ ਅਜਿਹੇ ਮਹਾਨ ਕਵੀ ਵਰਗੀ ਹੈ, ਜੋ ਤੁੱਛ ਗੱਲ ਵਿੱਚੋਂ ਵੀ ਮਹੱਤਵਪੂਰਨ ਤੱਥ ਕੱਢਣ ਦੀ ਸਮਰੱਥਾ ਰੱਖਦਾ ਹੈ। ਸਿੱਖ ਜਗਤ ਵਿੱਚ ਭਾਈ ਸਾਹਿਬ ਦੀ ਬਾਣੀ ਨੂੰ, ਗੁਰਬਾਣੀ ਨੂੰ ਸਮਝਣ ਲਈ, ਜਿਵੇਂ ਅਸੀਂ ਆਪਣੇ ਪੜ੍ਹਨ ਲੱਗਿਆ ਕੀ ਸਮਝਦੇ ਸੀਗੇ ਕਿ ਉਹਦੇ ਤੋਂ ਇੰਪੋਰਟੈਂਟ ਲਿੰਕ ਮਿਲਦਾ ਹੈ, ਤਾਂ ਇੱਥੇ ਵੀ ਗੁਰਬਾਣੀ ਦੀ ਜਿਹੜੀ ਹੈ ਉਹ ਸਾਨੂੰ ਸਮਝਣ ਵਿੱਚ ਸਹਾਇਤਾ ਦੇਣ ਦਾ ਇਸ ਨੂੰ ਕਿਤਾਬ ਦਿੱਤਾ ਗਿਆ। ਇਸ ਲਈ ਇਹ ਕਿ ਉਹਨਾਂ ਨੇ ਗੁਰਬਾਣੀ ਵਿਚਲੇ ਤੱਥਾਂ ਅਤੇ ਵਿਚਾਰਾਂ ਨੂੰ ਸਧਾਰਨ ਲੋਕਾਂ ਲਈ ਬੜੇ ਸਰਲ ਢੰਗ ਨਾਲ ਪੇਸ਼ ਕੀਤਾ। ਅਨੇਕਾਂ ਅਲੰਕਾਰਾਂ ਰਾਹੀਂ ਸਿਧਾਂਤਕ ਨੁਕਤਿਆਂ ਨੂੰ ਬਾਰ-ਬਾਰ ਵਿਸਥਾਰ ਨਾਲ ਦ੍ਰਿੜਾਉਣ ਦਾ ਯਤਨ ਕੀਤਾ। ਇਸ ਕਰਕੇ ਹੀ ਭਾਈ ਸਾਹਿਬ ਨੂੰ ਗੁਰਬਾਣੀ ਦਾ ਪ੍ਰਮੁੱਖ ਵਿਆਖਿਆਕਾਰ ਮੰਨਿਆ ਜਾਂਦਾ ਹੈ। ਸਿੱਟੇ ਵਜੋਂ ਅਸੀਂ ਕਹਿ ਸਕਦੇ ਹਾਂ ਕਿ ਭਾਈ ਗੁਰਦਾਸ ਜੀ ਇੱਕ ਆਦਰਸ਼ਕ ਗੁਰਸਿੱਖ, ਪ੍ਰਭਾਵਸ਼ਾਲੀ ਪ੍ਰਚਾਰਕ, ਅੰਤਕ ਸੇਵਕ ਅਤੇ ਅਦੁੱਤੀ ਕਵੀ ਸਨ। ਜੀਵਨ ਭਰ ਆਪ ਨੇ ਗੁਰੂ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨੂੰ ਨਿਭਾਇਆ ਅਤੇ ਆਦਿ ਬੀੜ ਜੀ ਨੂੰ ਲਿਖਣ ਦਾ ਮਾਣ ਪ੍ਰਾਪਤ ਕੀਤਾ। ਆਪ ਨੇ ਸਰਲ ਅਤੇ ਸੌਖੀ ਭਾਸ਼ਾ ਵਿੱਚ ਗੁਰੂ ਆਸ਼ੇ ਨੂੰ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਦ੍ਰਿੜ ਕਰਾਇਆ, ਔਰ ਜੋ ਆਦਿ ਬੀੜ ਲਿਖੀ ਗਈ, ਅੱਜ ਵੀ ਉਸ ਨੂੰ ਭਾਈ ਗੁਰਦਾਸ ਜੀ ਵਾਲੀ ਬੀੜ ਕਹਿ ਕੇ ਸਨਮਾਨਿਆ ਜਾਂਦਾ ਹੈ। ਆਪ ਬਹੁਪੱਖੀ ਗਿਆਨ ਦੇ ਮਾਲਕ, ਤੀਖਣ ਸੋਚਵਾਨ ਅਤੇ ਪ੍ਰਭਾਵਸ਼ਾਲੀ ਕਵੀ ਸਨ। ਮੁੱਖ ਰੂਪ ਵਿੱਚ ਭਾਈ ਗੁਰਦਾਸ ਜੀ ਦੀਆਂ ਰਚਨਾ ਜਿਹੜੀਆਂ ਹਨ ਉਹ ਦੋ ਪ੍ਰਕਾਰ ਦੀਆਂ ਹਨ। ਬ੍ਰਿਜ ਭਾਸ਼ਾ ਵਿੱਚ ਲਿਖੇ ਕਵਿਤ ਅਤੇ ਪੰਜਾਬੀ ਵਾਰਾਂ। ਗੁਰਪ੍ਰਤਾਪ ਸੂਰਜ ਗ੍ਰੰਥ ਦੀ 7ਵੀਂ ਰਾਸ ਦੇ ਚੌਥੇ ਅੰਸ਼ ਵਿੱਚ ਲਿਖੇ 6 ਸੰਸਕ੍ਰਿਤ ਸ਼ਲੋਕਾਂ ਨੂੰ ਵੀ ਭਾਈ ਸਾਹਿਬ ਕ੍ਰਿਤ ਮੰਨਿਆ ਜਾਂਦਾ ਹੈ। ਹੇਠਾਂ ਭਾਈ ਗੁਰਦਾਸ ਜੀ ਦੀਆਂ ਜੋ ਵਾਰਾਂ ਦਾ ਮੈਂ ਉੱਪਰ ਜ਼ਿਕਰ ਕੀਤਾ ਹੈ, ਉਸ ਦਾ ਵੇਰਵਾ ਵੀ ਦਿੱਤਾ ਗਿਆ ਹੈ। ਇਸ ਦਾ ਮੈਂ ਦੁਬਾਰਾ ਰੈਪੀਟੇਸ਼ਨ ਨਹੀਂ ਕਰਾਂਗਾ ਤੇ ਅਸੀਂ ਅੱਜ ਦੇ ਜੋ ਮਜ਼ਮੂਨ ਹੈ ਇਸ ਦੇ ਵੱਲ ਅੱਗੇ ਵਧਦੇ ਹਾਂ ਤੇ ਅੱਜ ਦੇ ਵਿਸ਼ੇ ਨੂੰ ਵੀ ਅਸੀਂ ਸਮਾਪਤੀ ਵੱਲ ਜਾਂਦੇ ਹਾਂ। ਕਵਿਤ ਜਿਹੜੀ ਹੈ, ਮੈਂ ਇਹ ਲਿਖਿਆ ਹੈ ਕਿ ਇਹ ਜਿਹੜੇ ਭਾਈ ਵੀਰ ਸਿੰਘ ਜੀ ਨੇ 119 ਕਵਿਤ ਹੋਰ ਲੱਭ ਕੇ ਕਵਿਤ ਭਾਈ ਗੁਰਦਾਸ ਦੂਸਰਾ ਸਕੰਦ ਦੇ ਨਾਮ ਥੱਲੇ ਪ੍ਰਕਾਸ਼ਿਤ ਕਰ ਦਿੱਤੇ। ਇੰਜ ਕਵਿਤਾ ਦੀ ਕੁੱਲ ਗਿਣਤੀ 675 ਹੋ ਗਈ। ਕਵਿਤਾ ਦੀ ਰਚਨਾ ਉਦੋਂ ਹੋਈ ਜਦੋਂ ਭਾਈ ਗੁਰਦਾਸ ਜੀ ਪੰਜਾਬ ਤੋਂ ਬਾਹਰ ਜਾ ਕਰਕੇ ਪ੍ਰਚਾਰ ਜਿਹੜੇ ਹਨ ਕਰ ਰਹੇ ਹਨ। ਮੋਟੇ ਤੌਰ ਤੇ ਕਵਿਤਾ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਹੈ, ਵਿਆਖਿਆ ਪ੍ਰਧਾਨ ਅਤੇ ਅਨੁਭਵ ਪ੍ਰਧਾਨ। ਵਿਆਖਿਆ ਪ੍ਰਧਾਨ ਉਹ ਕਵਿਤ ਹਨ ਜਿਨ੍ਹਾਂ ਵਿੱਚ ਭਾਈ ਗੁਰਦਾਸ ਜੀ ਨੇ ਆਪਣੀ ਪ੍ਰਚਾਰਕ ਦ੍ਰਿਸ਼ਟੀ ਤੋਂ ਗੁਰਮਤਿ ਦੇ ਸਿਧਾਂਤਾਂ ਨੂੰ ਪ੍ਰਗਟ ਕੀਤਾ। ਅਜਿਹੇ ਕਵਿਤਾ ਵਿੱਚ ਭਾਈ ਸਾਹਿਬ ਨੇ ਅਲੰਕਾਰਾਂ ਦੀ ਸਹਾਇਤਾ ਲਈ। ਉਦਾਹਰਨ ਵਜੋਂ ਸਾਧ ਸੰਗਤ ਦੇ ਮਹੱਤਵ ਨੂੰ ਅਤੇ ਪ੍ਰਭਾਵ ਨੂੰ ਪ੍ਰਗਟਾਉਂਦੇ ਹੋਏ ਆਪ ਕਹਿੰਦੇ ਹਨ, ਜੈਸੇ ਤੋ ਗੋ ਬੰਸ ਤ੍ਰਿਣ ਖਾਏ ਦੂਹੇ ਗੋਰਸ ਦੈ, ਗੋਰਸ ਔਟਾਏ ਦਦ ਮਾਖਨ ਪ੍ਰਗਾਸ ਹੈ, ਊਖ ਮੈਂ ਪਿਓਖ ਤਨ ਖੰਡ ਖੰਡ ਕੇ ਪਿਰਾਏ, ਰਸ ਕੇ ਔਟਾਏ ਖੰਡ ਮਿਸਰੀ ਮਿਠਾਸ ਹੈ, चंदन सुगंध संबंध के वनस्पति, ढाक उपलास जैसे चंदन सुबास है, साध संगत मिलत संसारी निरंकारी होत,
साध संगत मेरे संसारी निरंकारी होत गुरमत प्रकार ਪਰਉਪਕਾਰ ਕੈ ਨਿਵਾਸ ਹੈ। ਦੂਜੇ ਇਸੇ ਵਿੱਚ ਉਹ ਕਵਿਤ ਰੱਖਦੇ ਹਨ ਜਿਨ੍ਹਾਂ ਵਿੱਚ ਭਾਈ ਸਾਹਿਬ ਨੇ ਆਪਣੇ ਅਨੁਭਵ ਨੂੰ ਕਿਸੇ ਨਾ ਕਿਸੇ ਢੰਗ ਨਾਲ ਪ੍ਰਗਟਾਇਆ ਹੈ। ਆਤਮ ਸਮਰਪਣ ਤੋਂ ਲੈ ਕੇ ਵਿਛੋੜੇ ਵਿੱਚ ਤੜਪਦੀ ਅਵਸਥਾ ਤੱਕ ਦਾ ਪ੍ਰਗਟਾ ਹੋਇਆ ਹੈ। ਆਪਣੀ ਦੀਨਤਾ ਤੇ ਛੋਟੇਪਨ ਨੂੰ ਬਿਆਨਦਿਆਂ ਹੋਇਆ ਭਾਈ ਸਾਹਿਬ ਜੀ ਕਹਿ ਉੱਠਦੇ ਹਨ, ਤੋਸੋ ਨਾ ਨਾਥ ਅਨਾਥ ਨਾ ਮੋਸਰ, ਤੋਸੋ ਨਾ ਦਾਨੀ ਨਾ ਮੋਸੋ ਭਿਖਾਰੀ, ਮੋਸੋ ਨਾ ਦੀਨ ਦਿਆਲ ਨਾ ਤੋਸਰ, ਮੋਸੋ ਅਗਿਆਨ ਨਾ ਤੋਸੋ ਵਿਚਾਰੀ, ਮੋਸੋ ਨਾ ਪਤਤ ਨਾ ਪਾਵਨ ਤੋਸਰ, ਮੋਸੋ ਬਿਕਾਰੀ ਨਾ ਤੋਸੋ ਉਪਕਾਰੀ, ਮੋਇਰੋ ਹੈ ਔਗਣ ਤੂੰ ਗੁਣ ਸਾਗਰ, ਜਾਤ ਰਸਾਤਲ ਹੈ ਓਟ ਤੁਹਾਰੀ। ਅਸੀਂ ਭਾਈ ਗੁਰਦਾਸ ਜੀ ਦੇ ਜੀਵਨ, ਸ਼ਖਸੀਅਤ ਅਤੇ ਰਚਨਾ ਬਾਰੇ ਜਾਣਕਾਰੀ ਹਾਸਲ ਕਰਕੇ ਇਹ ਮਹਿਸੂਸ ਕਰਦੇ ਹਾਂ ਕਿ ਇੱਕ ਸਫਲ ਪ੍ਰਚਾਰਕ ਬਣਨ ਲਈ ਇਹ ਜ਼ਰੂਰੀ ਹੈ ਕਿ ਸੱਚੇ ਰੂਪ ਵਿੱਚ ਸ਼ਰਧਾਲੂ ਬਣਿਆ ਜਾਵੇ, ਆਪਣੀ ਮੱਤ ਨੂੰ ਗੁਰੂ ਦੀ ਮੱਤ ਪਿੱਛੇ ਲਾਇਆ ਜਾਵੇ ਅਤੇ ਧਰਮ ਪ੍ਰਚਾਰ ਦੀ ਖਾਤਰ ਆਪਣੇ ਸੁੱਖਾਂ ਦਾ ਤਿਆਗ ਕਰਕੇ ਕੁਰਬਾਨੀ ਦਾ ਰਾਹ ਜਿਹੜਾ ਹੈ ਉਹ ਅਪਣਾਇਆ ਜਾਏ। ਤੋ ਅੱਜ ਦੀ ਵਿਚਾਰ ਨੂੰ ਮੈਂ ਇੱਥੇ ਵਿਸਰਾਮ ਦਿੰਦਾ ਹਾਂ। ਸੋ ਵਿਸਰਾਮ ਕਰਦੇ ਹਾਂ ਵਿਚਾਰਾਂ, ਅਨੇਕਾਂ ਹੀ ਭੁੱਲਾਂ ਹੋ ਗਈਆਂ ਹੋਣਗੀਆਂ, ਗਲਤੀਆਂ ਹੋ ਗਈਆਂ ਹੋਣਗੀਆਂ, ਤੋ ਮੈਂ ਆਪ ਜੀ ਤੋਂ ਇਸ ਦੀ ਦੋ ਹੱਥ ਜੋੜ ਕੇ ਖਿਮਾ ਮੰਗਦਾ ਹਾਂ। ਤੋ ਮੈਂ ਅੰਤ ਦੇ ਵਿੱਚ ਭਾਈ ਸਾਹਿਬ ਜੀ ਦੇ ਜੋ ਸਾਡੇ ਕੋਲ ਤਸਵੀਰਾਂ ਹਨ ਉਹ ਮੈਂ ਆਪ ਜੀ ਦੇ ਨਾਲ ਸਾਂਝਾ ਕਰਨ ਲਈ ਪਰਮਿਸ਼ਨ ਮੰਗਾਂਗਾ। ਮੈਂ ਬੇਨਤੀ ਕਰਾਂਗਾ ਕਿ ਉਹਨੂੰ ਸ਼ੇਅਰ ਕਰਨ ਦੀ ਪਰਮਿਸ਼ਨ ਦਿੱਤੀ ਜਾਏ। ਇਹ ਨਹੀਂ ਹੋਈ ਜੀ। ਚਲੋ ਠੀਕ ਹੈ ਜੀ ਵੀਰ ਜੀ, ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।